ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ। ਮੌਸਮ ਜਿੱਥੇ ਬਦਲੀ ਹੋ ਰਿਹਾ ਹੈ ਉੱਥੇ ਨਾਲ ਦੀ ਨਾਲ ਬਹੁਤ ਸਾਰੀਆਂ ਐਸੀਆਂ ਸਰਵਿਸਿਜ਼ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਨੇ ਜਿਹੜੇ ਕਿ ਚੇਂਜ ਹੁੰਦੇ ਰਹਿੰਦੇ ਨੇ, ਔਰ ਅਸੀਂ ਤੁਹਾਨੂੰ ਸਮੇਂ ਅਨੁਸਾਰ ਤੁਹਾਡੇ ਨਾਲ ਅਜਿਹੇ ਗੈਸਟ ਔਰ ਅਜਿਹੇ ਪ੍ਰੋਫੈਸ਼ਨਲਸ ਦੀ ਮੁਲਾਕਾਤ ਕਰਵਾਉਂਦੇ ਹਾਂ ਜਿਹੜੇ ਕਿ ਤੁਹਾਡੇ ਲਈ ਸਰਵਿਸਿਜ਼ ਜਿੱਥੇ ਲੈ ਕੇ ਹਾਜ਼ਰ ਹੁੰਦੇ ਨੇ ਉੱਥੇ ਤੁਹਾਡੀ ਨੌਲੇਜ ਦੇ ਵਿੱਚ ਵੀ ਵਾਧਾ ਕਰਦੇ ਹਨ। ਸੋ ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਲਈ ਅਸੀਂ ਇਹ ਕੰਮ ਕਰਦੇ ਆ ਰਹੇ ਹਾਂ ਹੈਲੋ ਕੈਨੇਡਾ ਦੇ ਵਿੱਚ, ਔਰ ਤੁਸੀਂ ਸਾਨੂੰ ਸਮੇਂ ਸਿਰ ਫੀਡਬੈਕ ਦੇ ਕੇ ਔਰ ਸਾਡੇ ਗੈਸਟ ਦੇ ਬਾਰੇ ਔਰ ਉਹਨਾਂ ਦੀ ਜਿਹੜੀ ਜਾਣਕਾਰੀ ਜੋ ਦੇ ਕਾਰਨ ਜੋ ਵਾਧਾ ਤੁਹਾਡੀ ਜਾਣਕਾਰੀ 'ਚ ਹੋਇਆ ਉਹਦੇ ਬਾਰੇ ਸਾਨੂੰ ਜਦੋਂ ਅੱਛਾ ਫੀਡਬੈਕ ਦਿੰਦੇ ਹੋ ਤਾਂ ਅਸੀਂ ਉਸ ਦੇ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਵੀ ਹਾਂ। ਸੋ ਹੈਲੋ ਕੈਨੇਡਾ ਦੇ ਵਿੱਚ ਅੱਜ ਦੀ ਗੱਲਬਾਤ ਦਾ ਜਿਹੜਾ ਵਿਸ਼ਾ ਹੈ ਜੀ ਉਹ ਬੜਾ ਅਹਿਮ ਹੈ। ਅਹਿਮ ਇਸ ਕਰਕੇ ਵੀ ਹੈ ਕਿ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਖਾਸ ਤੌਰ 'ਤੇ ਜਦੋਂ ਅਸੀਂ ਆਪਣਾ ਪੰਜਾਬ ਜਾਂ ਦੁਨੀਆ ਦੇ ਜਿਸ ਵੀ ਖੇਤਰ 'ਚੋਂ ਅਸੀਂ ਖਿੱਤੇ 'ਚੋਂ ਇੱਥੇ ਆਏ ਹੁੰਦੇ ਹਾਂ, ਜਦੋਂ ਆਪਣਾ ਘਰ ਛੱਡ ਕੇ ਕਿਤੇ ਆਉਂਦੇ ਹਾਂ ਨਾ ਜੀ, ਦੂਜੀ ਜਗ੍ਹਾ ਜਾਈਦਾ ਤਾਂ ਉਹਦੇ ਪਿੱਛੇ ਇੱਕ ਕਾਰਨ ਇਹ ਤਾਂ ਹੁੰਦਾ ਹੈ ਕਿ ਚੰਗੀ ਜ਼ਿੰਦਗੀ, ਔਰ ਉਸ ਦੇ ਨਾਲ ਜਿਹੜਾ ਇੱਕ ਦੂਜਾ ਕਾਰਨ, ਮੁੱਖ ਕਾਰਨ ਇਹ ਵੀ ਹੁੰਦਾ ਕਿ ਅਸੀਂ ਆਪਣੀ ਫਾਈਨੈਂਸ਼ੀਅਲ ਸਟੈਬਿਲਿਟੀ ਜਾਂ ਫਾਈਨੈਂਸ਼ੀਅਲ ਜਿਹੜੀ ਅਸੀਂ ਫਾਈਨੈਂਸ਼ੀਅਲ ਤੌਰ ਦੇ ਉੱਤੇ ਕਿਤੇ ਜਾ ਕੇ ਸਟਰੋਂਗ ਹੋ ਸਕੀਏ, ਉਹ ਵੀ ਇੱਕ ਸ਼ਾਇਦ ਕਾਰਨ ਹੁੰਦਾ। ਸੋ ਕੈਨੇਡਾ 'ਚ, ਉੱਤਰੀ ਅਮਰੀਕਾ 'ਚ ਹੱਡ ਭੰਨਵੀਂ ਮਿਹਨਤ ਕਰਨ ਤੋਂ ਬਾਅਦ ਅਸੀਂ ਜਿਹੜੇ ਪੈਸੇ ਜੋੜ ਕੇ ਘਰ-ਬਾਰ, ਕਾਰੋਬਾਰ ਆਦਿ ਖਰੀਦਦੇ ਹਾਂ, ਉਹਦੇ ਵਿੱਚ ਇੱਕ ਪੜਾਅ ਆਉਂਦਾ ਜਿੱਥੇ ਘਰ ਲੈਣ ਵੇਲੇ, ਬਿਜ਼ਨਸ ਲੈਣ ਵੇਲੇ ਜਾਂ ਕੋਈ ਕਾਰੋਬਾਰ ਦੇ ਵਿੱਚ ਵਾਧਾ ਕਰਨ ਵੇਲੇ ਸਾਨੂੰ ਮਾਇਕ ਮਦਦ ਦੀ ਲੋੜ ਪੈਂਦੀ ਹੈ, ਭਾਵ ਪੈਸੇ ਧੇਲੇ ਦੀ ਜ਼ਰੂਰਤ ਪੈਂਦੀ ਹੈ। ਤਾਂ ਉਹ ਜਿਹੜਾ ਸੈਕਟਰ ਹੈ ਜੀ ਉਹ ਹੁੰਦਾ ਹੈ ਫਾਈਨਾਂਸ ਦਾ, ਜਿਹਦੇ ਵਿੱਚ ਪੈਸਾ, ਮੌਰਗੇਜਿਸ, ਲੋਨ, ਲਾਈਨ ਆਫ ਕ੍ਰੈਡਿਟ ਕਾਰਡਸ ਆਦਿ ਆਉਂਦੇ ਨੇ। ਸੋ ਅਜਿਹੀ ਹੀ ਇੱਕ ਸ਼ਖਸੀਅਤ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਹੈ ਜਿਨ੍ਹਾਂ ਨੂੰ ਅੱਜ ਅਸੀਂ ਤੁਹਾਡੇ ਰੂਬਰੂ ਕਰਵਾ ਰਹੇ ਹਾਂ, ਜੋ ਕਿ ਇਸ ਫਾਈਨਾਂਸ ਖੇਤਰ ਦੇ ਨਾਲ, ਮੌਰਗੇਜ ਖੇਤਰ ਦੇ ਨਾਲ ਸੰਬੰਧਿਤ ਹਨ ਔਰ ਬੜੇ ਲੰਬੇ ਸਮੇਂ ਤੋਂ ਬਾਕਮਾਲ ਔਰ ਬੜੀਆਂ ਅੱਛੀਆਂ ਸੇਵਾਵਾਂ ਆਪਣੇ ਭਾਈਚਾਰੇ ਦੇ ਵਿੱਚ ਦਿੰਦੇ ਆ ਰਹੇ ਨੇ। ਔਰ ਮੈਂ ਇਸ ਕਰਕੇ ਕਹਿ ਸਕਦਾ ਕਿ ਨਿੱਜੀ ਤੌਰ ਦੇ ਉੱਤੇ ਮੈਂ ਰੀਅਲ ਸਟੇਟ ਬ੍ਰੋਕਰ ਹੋਣ ਦੇ ਨਾਲ ਉਹਨਾਂ ਦੇ ਨਾਲ ਜੁੜਿਆ ਹੋਇਆ ਔਰ ਮੇਰੇ ਬਹੁਤ ਸਾਰੇ ਕਲਾਇੰਟਸ ਨੂੰ ਇਹਨਾਂ ਨੇ ਸੇਵਾਵਾਂ ਦਿੱਤੀਆਂ ਨੇ ਔਰ ਬਹੁਤ ਅੱਛੀਆਂ ਸੇਵਾਵਾਂ ਦਿੱਤੀਆਂ ਨੇ। ਸੋ ਮੇਰੀ ਅੱਜ ਦੀ ਮੁਰਾਦ ਜਿਹੜੀ ਹੈ ਜੀ ਉਹ ਅੱਜ ਦੇ ਸਾਡੇ ਗੈਸਟ ਨੂੰ ਹੁਣ ਮੈਂ ਬਹੁਤਾ ਦੇਰ ਨਾ ਰੋਕਦਾ ਹੋਇਆ ਤੁਹਾਡੇ ਰੂਬਰੂ ਕਰਵਾਉਣਾ, ਔਰ ਉਹਨਾਂ ਦਾ ਨਾਮ ਹੈ ਸਤਪਾਲ ਸਰੋਇਆ ਜੀ, ਜੋ ਕਿ ਮੌਰਗੇਜ ਬ੍ਰੋਕਰ ਹਨ। ਸੋ ਸਤਪਾਲ ਜੀ, ਤੁਹਾਡਾ ਪ੍ਰੋਗਰਾਮ ਹੈਲੋ ਕੈਨੇਡਾ ਦੇ ਵਿੱਚ ਨਿੱਘਾ ਸਵਾਗਤ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਭਾਜੀ, ਔਰ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਇੱਥੇ ਆ ਕੇ। ਥੈਂਕ ਯੂ, ਬੜਾ ਅੱਛਾ ਲੱਗਾ। ਮੈਨੂੰ ਪਤਾ ਤੁਸੀਂ ਕਾਫੀ ਚਿਰ ਤੋਂ ਮੇਰੇ ਨਾਲ ਕਹਿ ਰਹੇ ਸੀ ਵੀ ਚਲੋ ਅਸੀਂ ਕੋਈ ਤੁਹਾਡਾ ਰਿਕਾਰਡਿੰਗ ਕਰਦੇ, ਪ੍ਰੋਗਰਾਮ ਕਰਦੇ ਹਾਂ। ਜੀ ਤੇ ਆਮ ਰੀਅਲੀ ਫੀਲਿੰਗ ਹੈਪੀ ਅਬਾਊਟ ਇਟ ਕਿ ਐਟ ਲੀਸਟ ਫਾਈਨਲੀ ਆਮ ਏਬਲ ਟੂ ਕਮ ਓਵਰ ਹੀਅਰ। ਪਹੁੰਚ ਗਏ ਜੀ ਔਰ ਅਸੀਂ ਅੱਜ ਤੁਹਾਡੇ ਸਟੂਡੀਓ 'ਚ ਆ ਗਏ ਹੈਗੇ ਆ। ਥੈਂਕ ਯੂ। ਤੇ ਤੁਸੀਂ ਜੋ ਵੀ ਮੈਨੂੰ ਕੋਈ ਕੁਐਸਚਨ ਪੁੱਛਣੇ ਬਿਲਕੁਲ ਪੁੱਛ ਸਕਦੇ ਹੈਗੇ ਆ। ਕੋਸ਼ਿਸ਼ ਕਰਾਂਗਾ ਜੋ ਵੀ ਮੈਂ ਆਪਣੇ ਹਿਸਾਬ ਨਾਲ ਤੁਹਾਨੂੰ ਮੈਂ ਆਨਸਰ ਕਰ ਸਕਾਂ। ਬਿਲਕੁਲ, ਮੈਂ ਕੋਈ ਐਸਾ ਔਖਾ ਸਵਾਲ ਤਾਂ ਨਹੀਂ ਪੁੱਛਾਂਗਾ ਕਿ ਭਾਈ ਇੰਨਾ ਲੈਣਾ ਤੇ ਉਹਦੀ ਮੌਰਗੇਜ ਦੱਸੋ ਕਿੰਨੀ ਆਊਗੀ। ਅਕਸਰ ਇਹ ਸਾਨੂੰ ਪੁੱਛਿਆ ਜਾਂਦਾ ਜੀ ਜਦੋਂ ਅਸੀਂ ਘਰ ਲੈ ਕੇ ਦੇਣਾ ਹੁੰਦਾ, ਤੁਹਾਡੇ ਕੋਲ ਵੀ ਆਉਂਦੇ ਨੇ ਕਿ ਬਈ ਇੰਨੇ ਦੀ ਮੌਰਗੇਜ, ਹੁਣੇ ਦੱਸ ਕਿੰਨੇ ਆਉਣਗੇ, ਮੰਥਲੀ ਕਿਸ਼ਤ ਕੀ ਆਊਗੀ। ਸੋ ਵਾਕਈ ਉਹਦੇ ਲਈ ਵੀ ਸੋਲੂਸ਼ਨ ਹੈਗਾ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਤੁਸੀਂ ਐਪ ਹੈ ਜਿਹੜੀ ਭਾਜੀ ਉਹਨਾਂ ਦੀ ਵੀ, ਸਤਪਾਲ ਸਰੋਇਆ ਜੀ ਦੀ ਵੀ ਐਪ ਹੈਗੀ ਔਰ ਮੇਰੀ ਰੀਅਲ ਸਟੇਟ ਵਾਲੀ ਐਪ ਵੀ ਹੈਗੀ ਹੈ, ਜਾਂ ਵੈਬਸਾਈਟ 'ਤੇ ਜਾ ਕੇ ਤੁਸੀਂ ਨੰਬਰ ਪਾਓ, ਸੈਕਿੰਡ ਦੇ ਵਿੱਚ ਤੁਹਾਨੂੰ ਡਿਟੇਲ ਤੁਹਾਨੂੰ ਆ ਜਾਏਗੀ ਕਿ ਇੰਨੇ ਦਾ ਘਰ, ਇੰਨੀ ਡਾਊਨ ਪੇਮੈਂਟ, ਇੰਨੇ ਤੁਹਾਡੇ ਮੰਥਲੀ ਐਸ ਰੇਟ ਆਫ ਇੰਟਰਸਟ 'ਤੇ ਹੋਏਗੀ। ਇਹ ਜਿਹੜਾ ਪੈਸੇ ਧੇਲੇ ਦੀ ਜਿਹੜੀ ਗੱਲ ਹੈ ਜੀ, ਹਾਂਜੀ, ਜਦੋਂ ਆਪਾਂ ਕਹਿੰਦੇ ਕਿ ਮੌਰਗੇਜ ਲੈਣੀ ਹੈ ਜੀ, ਘਰ ਦੀ ਗੱਲ ਘਰ ਤੋਂ ਸ਼ੁਰੂ ਕਰਦੇ ਹਾਂ। ਇੱਥੇ ਘਰ ਹੀ ਮੌਰਗੇਜ ਬ੍ਰੋਕਰ ਤੋਂ ਸਿਰਫ ਇਹੀ ਗਿਣਿਆ ਜਾਂਦਾ ਕਿ ਮੌਰਗੇਜ ਲੈਣੀ ਹੈ ਉਸੇ ਦੀ। ਤੁਹਾਡੀਆਂ ਪਹਿਲਾਂ ਤਾਂ ਦੱਸੋ ਸਰਵਿਸਿਜ਼ ਕਿਹੜੀਆਂ ਤੁਸੀਂ ਪ੍ਰੋਵਾਈਡ ਕਰਦੇ ਹੋ, ਫਿਰ ਆਪਾਂ ਦੇਖਾਂਗੇ ਕਿ ਸਾਡੇ ਜਿਸ ਪਾਸੇ ਨੂੰ ਗੱਲ ਜਾਏਗੀ ਕਿਹੜੀਆਂ ਸੇਵਾਵਾਂ ਤੁਸੀਂ ਦਿੰਦੇ ਹੋ ਫਾਈਨਾਂਸ ਦੇ ਖੇਤਰ। ਭਾਈ ਜਦੋਂ ਅਸੀਂ ਮੌਰਗੇਜ ਦੀ ਗੱਲ ਕਰਦੇ ਹਾਂ ਉਸ ਵੇਲੇ ਸਭ ਤੋਂ ਪਹਿਲਾਂ ਧਿਆਨ ਹੁੰਦਾ ਘਰ ਦੀ ਮੌਰਗੇਜ ਜੀ। ਔਰ ਜਿਉਂ ਵੀ ਜਿੱਦਾਂ ਤੁਸੀਂ ਪਹਿਲਾਂ ਵੀ ਇੰਟਰੋਡਿਊਸ ਕੀਤਾ ਕਿ ਅਸੀਂ ਇੱਥੇ ਸਾਰੇ ਬਾਹਰੋਂ ਆਉਂਦੇ ਹਾਂ ਔਰ ਹਰ ਇੱਕ ਦੀ ਬੇਸਿਕ ਨੀਡ ਹੁੰਦੀ ਕਿ ਅਸੀਂ ਆਪਣਾ ਘਰ ਲਈਏ। ਸ਼ੁਰੂਆਤ ਲਾਈਫ ਕਰਦੇ ਚਲੋ ਅਸੀਂ ਕਿਰਾਏ 'ਤੇ ਸ਼ੁਰੂ ਕੀਤਾ, ਹੁਣ ਹੌਲੀ ਅਸੀਂ ਅੱਗੇ ਮੂਵ ਕਰ ਜਾਈਏ। ਬਿਲਕੁਲ ਜੀ। ਜਦੋਂ ਅੱਗੇ ਵੀ ਕਿ ਅਸੀਂ ਕਿੰਨਾ ਕੁ ਅਫੋਰਡ ਕਰ ਸਕਦੇ ਹਾਂ, ਓਕੇ, ਉੱਥੇ ਕੁਐਸਚਨ ਆ ਜਾਂਦਾ। ਠੀਕ ਹੈ। ਜਿਹੜੀ ਅਫੋਰਡੇਬਿਲਿਟੀ ਹੁੰਦੀ ਆ ਉਹ ਹੁੰਦੀ ਕਿ ਸਾਡੀ ਇਨਕਮ ਕਿੰਨੀ ਹੈ। ਅੱਛਾ ਜੀ। ਮੰਨ ਲਓ 2 ਮੈਂਬਰ ਕਮਾਉਂਦੇ ਨੇ, 4 ਕਮਾਉਂਦੇ ਨੇ, 1 ਕਮਾਉਂਦਾ ਹੈ, ਤੁਸੀਂ ਜੌਬ ਕਰ ਰਹੇ ਆ
ਤੁਸੀਂ ਸੈਲਫ ਇੰਪਲਾਈਡ ਹੈਗੇ। ਜੀ 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 ਜਦੋਂ ਸਾਡੇ ਕੋਲ ਇੱਕ ਉਹ ਐਸਟੀਮੇਸ਼ਨ ਹੁੰਦਾ ਵੀ ਸਾਡੀ ਇੰਨੀ ਕੁ ਇਨਕਮ ਹੈ, ਠੀਕ ਹੈ ਫਿਰ ਜਿਹੜਾ ਸਭ ਤੋਂ ਬੜਾ ਇੰਪੋਰਟੈਂਟ ਫੈਕਟਰ ਉਹ 'ਚ ਪਲੇ ਕਰਦਾ ਕਿ ਤੁਹਾਡਾ ਕ੍ਰੈਡਿਟ ਕਿਹੋ ਜਿਹਾ ਹੈਗਾ। ਅੱਛਾ ਜੀ। ਅਸੀਂ ਜਿਸ ਨੂੰ ਹੁੰਦਾ ਕੀ ਹੈ ਕਿ ਜਦੋਂ ਅਸੀਂ ਬਾਹਰੋਂ ਆਉਂਦੇ ਹਾਂ ਨਾ ਕੰਟਰੀ 'ਚ ਆਉਂਦੇ, ਸਾਨੂੰ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਸਾਡਾ ਕ੍ਰੈਡਿਟ ਉਹਦਾ ਮੀਨਿੰਗ ਕੀ ਆ। ਕਈ ਵਾਰੀ ਕੋਈ ਕ੍ਰੈਡਿਟ ਕਾਰਡ ਲੈਂਦੇ ਆ, ਕੋਈ ਪੇਮੈਂਟਾਂ ਬਰਾਬਰ ਨਹੀਂ ਹੁੰਦੀਆਂ, ਸਾਡਾ ਕ੍ਰੈਡਿਟ ਖਰਾਬ ਹੋ ਜਾਂਦਾ ਹੈ। ਭੁੱਲ ਜਾਂਦੇ ਵੀ, ਹਾਂਜੀ ਹਾਂਜੀ। ਜਿਹੜੇ ਅੱਜ ਕੱਲ੍ਹ ਤਾਂ ਇਸ ਤਰ੍ਹਾਂ ਤਾਂ ਹੋ ਗਿਆ ਕਿ ਬਹੁਤ ਸਾਰੀਆਂ ਐਪਸ, ਬਹੁਤ ਸਾਰੀਆਂ ਚੀਜ਼ਾਂ ਅਵੇਲੇਬਲ ਹੈਗੀਆਂ ਜਿਹੜੀਆਂ ਕਿ ਸਾਨੂੰ ਰਿਮਾਈਂਡ ਕਰਾਉਂਦੀਆਂ ਰਹਿੰਦੀਆਂ ਹੈਗੀਆਂ। ਓਕੇ। ਅਸੀਂ ਜਿਹੜਾ ਮੇਰਾ ਕੰਮ ਹੁੰਦਾ ਕਿ ਜਿਸ ਤਰ੍ਹਾਂ ਕਿ ਨਿਊ ਕਮਰ ਆ, ਮੈਂ ਉਹਨਾਂ ਦੇ ਨਾਲ ਵੀ ਇੰਗੇਜ ਹੁੰਦਾ ਹੈਗਾ। ਜਿਹੜੇ ਆ ਕੇ ਕ੍ਰੈਡਿਟ ਐਸਪਲੇਸ਼ ਹੋ ਗਿਆ ਉਹਨਾਂ ਨਾਲ ਵੀ ਹੋ ਜਾਣਾ। ਜਿਹੜੇ ਕਿਸੇ ਵਜ੍ਹਾ ਕਰਕੇ ਕ੍ਰੈਡਿਟ ਖਰਾਬ ਹੋ ਗਿਆ, ਮੈਂ ਉਹਨਾਂ ਨਾਲ ਵੀ ਇੰਗੇਜ ਹੁੰਦਾ ਹੈ ਔਰ ਉਹਨਾਂ ਨੂੰ ਮੈਂ ਗਾਈਡ ਕਰਦਾ ਟਾਈਮ ਟੂ ਟਾਈਮ, ਭਈ ਤੁਸੀਂ ਇੱਦਾਂ ਕਰੋ, ਜੋ ਹੋ ਗਿਆ, ਲੈਟਸ ਮੂਵ ਫਾਰਵਰਡ। ਬਹੁਤ ਅੱਛੇ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਜਿਹੜੀ ਗੱਲਬਾਤ ਸਤਪਾਲ ਸਰੋਆ ਜੀ ਕਰ ਰਹੇ ਨੇ, ਉਹ ਕ੍ਰੈਡਿਟ ਨਾਲ ਰਿਲੇਟਡ ਜਿੱਥੇ ਹੈ, ਮੇਰੇ ਖਿਆਲ ਦੇ ਵਿੱਚ ਨਾ ਜੀ, ਜਿਹੜੇ ਘਰ ਦੇ ਲੈਣ ਦੀ ਉਹ ਗੱਲ ਸ਼ੁਰੂ ਹੋ ਗਈ ਹੈ, ਤਾਂ ਆਪਾਂ ਇੱਥੋਂ ਹੀ ਗੱਲਬਾਤ ਨੂੰ ਜਿਹੜਾ ਜੀ ਇਸ ਪਾਸੇ ਨੂੰ ਲੈਂਦੇ ਹਾਂ, ਚੱਲਦੇ ਹਾਂ। ਅਤੇ ਇੱਕ ਘਰ ਲੈਣ ਤੋਂ ਪਹਿਲਾਂ ਜਿਵੇਂ ਮੈਂ ਘਰ ਦਵਾਉਣਾ ਜੀ ਕਿਸੇ ਨੂੰ, ਹੈ ਨਾ ਜੀ, ਆਪਣੇ ਕਲਾਇੰਟ ਨੂੰ, ਉਸ ਕਲਾਇੰਟ ਨੂੰ ਕੀ ਤੁਸੀਂ ਸੁਜੈਸਟ ਕਰਨਾ ਚਾਹੋਗੇ, ਚਾਹੇ ਉਹ ਫਸਟ ਟਾਈਮ ਹੋਮ ਬਾਇਰ ਹੈ, ਚਾਹੇ ਕੋਈ ਪੁਰਾਣਾ ਵੀ ਘਰ ਜਿਹੜਾ ਹੈਗਾ, ਉਹਨੂੰ ਸਭ ਤੋਂ ਪਹਿਲੀ ਫੋਰਮੋਸਟ ਚੀਜ਼ ਉਹਨੂੰ ਕਿਸ ਗੱਲ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਬਿਫੋਰ ਈਵਨ ਉਹ ਕਿਸੇ ਘਰ ਦੇ ਉੱਤੇ ਪ੍ਰਾਪਰਟੀ 'ਤੇ ਆਫਰ ਪਾਵੇ ਜੀ? ਮੇਜਰ ਭਾਜੀ, ਇਸ ਤਰ੍ਹਾਂ ਹੁੰਦਾ ਕਿ ਆਫਰ ਪਾਉਣ ਤੋਂ ਪਹਿਲਾਂ ਮੈਂ ਪ੍ਰੈਫਰ ਕਰੂੰਗਾ ਕਿ ਉਹ ਕਲਾਇੰਟ ਮੈਨੂੰ ਕੰਟੈਕਟ ਕਰ ਲੈਣ ਔਰ ਮੈਂ ਉਹਨਾਂ ਨੂੰ ਗਾਈਡ ਕਰਾਂ। ਉਹਨਾਂ ਜੇ ਉਹਨਾਂ ਦਾ ਕ੍ਰੈਡਿਟ ਬਣ ਗਿਆ ਤਾਂ ਮੈਂ ਕ੍ਰੈਡਿਟ ਚੈੱਕ ਕਰਾਂ, ਕ੍ਰੈਡਿਟ ਚੈੱਕ ਕਰਕੇ ਦੇਖਾਂ। ਜੇ ਉਹਨਾਂ ਦੀ ਕੋਈ ਪ੍ਰੋਬਲਮ ਹੈਗੀ ਤਾਂ ਉਹਨਾਂ ਨੂੰ ਮੈਂ ਦੱਸਾਂ ਕਿ ਤੁਸੀਂ ਇੱਥੇ ਗਾਈਡ ਕਰੋ, ਤੁਹਾਨੂੰ ਆਹ ਇਸ਼ੂ ਆ ਸਕਦਾ ਹੈਗਾ, ਜਾਂ ਇਸ਼ੂ ਆ ਗਿਆ, ਇਹਨੂੰ ਆਪਾਂ ਸੋਲਵ ਕਰ ਲਈਏ। ਇੱਕ ਤਾਂ ਸਾਡਾ ਬਹੁਤ ਇੰਪੋਰਟੈਂਟ ਉਹ ਫੈਕਟਰ ਹੋ ਗਿਆ ਜੀ। ਉਸ ਤੋਂ ਬਾਅਦ ਹੁੰਦਾ ਕਿ ਮੈਂ ਉਸ ਵੇਲੇ ਦੇਖ ਲੈਣਾ ਕਿ ਇਸ ਕਲਾਇੰਟ ਦੀ ਅਫੋਰਡੇਬਿਲਟੀ ਕਿੰਨੇ ਕੁ ਤੱਕ ਦਾ ਘਰ ਲਿਆ ਜਾ ਅਫੋਰਡ ਕਰ ਸਕਦਾ ਹੈ। ਔਰ ਉਹਦੇ ਨਾਲ ਕੀ ਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਇਸ ਫੀਲਡ ਵਿੱਚ ਹੈਗੇ ਆ, ਮੈਂ ਤੁਹਾਨੂੰ ਕਹਿ ਸਕਦਾ ਕਿ ਤੁਸੀਂ ਭਾਜੀ ਇੱਦਾਂ ਕਰੋ, ਇਹਨਾਂ ਦੀ ਆਫਰ ਜਿਹੜੀ ਇੰਨੀ ਕੁ ਪਾਓ, ਇਸ ਰੇਂਜ 'ਚ ਰੱਖਿਓ, ਇਹ ਤੋਂ ਉੱਪਰ ਨਾ ਲੈ ਕੇ ਜਾਓ, ਕਿਉਂਕਿ ਬਾਅਦ ਦੇ ਵਿੱਚ ਇਹਦੀ ਅਪਰੂਵਲ ਦਾ ਇਸ਼ੂ ਆ ਸਕਦਾ ਸਾਨੂੰ। ਬਿਲਕੁਲ ਬਿਲਕੁਲ। ਅੱਛਾ, ਉਹਦੇ ਦੇਖੋ, ਉਹਦੇ ਦੋ ਚੀਜ਼ਾਂ ਉਹਦੇ ਵਿੱਚ ਆ ਗਈਆਂ। ਇੱਕ ਤਾਂ ਜਿਹੜਾ ਤੁਹਾਡਾ ਸਾਡੇ ਰੀਅਲਟਰ ਭਾਜੀ ਹੈਗੇ, ਜਿਹੜੇ ਉਹਨਾਂ ਦਾ ਟਾਈਮ ਬਚ ਜਾਂਦਾ। ਦੂਸਰਾ ਜਿਹੜਾ ਕਲਾਇੰਟ ਹੈ, ਉਹਨੂੰ ਪਤਾ ਰਹਿੰਦਾ ਕਿ ਮੇਰੀ ਇੰਨੀ ਕੁ ਅਫੋਰਡੇਬਿਲਟੀ, ਮੈਂ ਇੰਨਾ ਕੀ ਘਰ ਦੇਖਾਂ, ਇਸ ਰੇਂਜ 'ਚ ਹੀ ਰਹਿਣਾ, ਇਹ ਤੋਂ ਉੱਪਰ ਨਾ ਜਾਵਾਂ, ਕਿਉਂਕਿ ਘਰ ਤਾਂ ਬਹੁਤ ਸੋਹਣੇ ਨੇ, ਅਨਲਿਮਿਟਿਡ ਪ੍ਰਾਈਸਸ ਨੇ, ਇੱਥੇ ਬਹੁਤ ਸੋਹਣੇ ਘਰ ਨੇ। ਦੇਖੋ, ਜੀ ਵੀ ਕਰਦਾ ਸਾਰਿਆਂ ਦਾ, ਅਫੋਰਡੇਬਿਲਟੀ ਵੀ ਦੇਖਣੀ ਔਰ ਖਾਸ ਤੌਰ ਤੇ ਜੀ ਇਹਨਾਂ ਦਿਨਾਂ ਦੇ ਵਿੱਚ ਤਾਂ ਸਾਨੂੰ ਮਾਫ ਕਰਨਾ, ਸਾਡੇ ਬਹੁਤ ਸਾਰੇ ਕਈ ਵਾਰੀ ਸਰੋਤੇ ਇਸ ਗੱਲ ਨੂੰ ਮਾਈਂਡ ਵੀ ਨਾ ਕਰਨ। ਕਈ ਵਾਰੀ ਜਿਹੜਾ ਨਾ ਘਰ ਦੀ ਕੀਮਤ ਕਹਿੰਦੇ ਜੀ $1,00,000 ਤਾਂ ਅੱਜ ਕੱਲ੍ਹ ਉੱਪਰ ਜਾਣੀ ਆਮ ਹੀ ਹੋ ਗਈ ਹੈ ਜੀ। ਸੋ ਅਬਵ ਆਸਕਿੰਗ ਆਫਰ ਜਦੋਂ ਪੈਂਦੀਆਂ ਨੇ, ਔਰ ਕੀਮਤਾਂ ਜਦੋਂ ਘਰ ਸੋਲਡ ਹੁੰਦਾ, ਅੱਗੇ ਹੁੰਦਾ ਸੀ ਜੀ ਅੱਜ ਤੋਂ 15 ਸਾਲ ਪਹਿਲਾਂ, 10-15 ਸਾਲ ਪਹਿਲਾਂ ਜਦੋਂ ਸ਼ੁਰੂ ਕੀਤਾ ਸੀ ਕਿ 5,000 ਉੱਤੇ ਵਿਕ ਗਿਆ, ਜਾਂ 100% ਤੇ ਵਿਕ ਗਿਆ, ਈਵਨ 95% ਤੇ ਔਰ 97% ਤੇ ਆਮ ਵਿਕ ਗਏ ਸੀ। ਬਿਲਕੁਲ ਹੈ ਨਾ ਜੀ, ਆਸਕਿੰਗ। ਤਾਂ ਅੱਜ ਕੱਲ੍ਹ ਅਬਵ ਜਾ ਰਿਹਾ ਜੀ, ਬਿਲਕੁਲ 110% ਤੇ ਵਿਕਿਆ, 115 ਤੇ ਵਿਕਿਆ, ਔਰ ਕਈ ਤਾਂ ਬੜੀਆਂ ਹੋਈਆਂ ਨੇ। ਸੋ ਮੈਂ ਤੁਹਾਡੀ ਗੱਲ ਦੇ ਨਾਲ ਹੀ ਇਹ ਮੇਲ ਕਰ ਦੀ ਗੱਲ ਕਹਾਂਗਾ ਕਿ ਅਫੋਰਡੇਬਿਲਿਟੀ ਜਿਹੜੀ ਹੈ ਨਾ ਜੀ, ਅਸੀਂ ਅਕਸਰ ਕਹਿੰਦੇ ਹੁੰਦੇ ਹਾਂ ਜੀ, ਮਤਲਬ ਮੇਰੀ ਤਾਂ ਇਹ ਇੱਕ ਸਟੇਟਮੈਂਟ ਹੈ ਜਦੋਂ ਘਰ ਦਿਖਾਈਦਾ ਕਿ ਡੋਂਟ ਫੈਲ ਇਨ ਲਵ ਵਿਦ ਦ ਹਾਊਸ ਅੰਟਿਲ ਯੂ ਗੈਟ ਦ ਕੀਜ਼ ਆਫ ਦੈਟ ਹਾਊਸ। ਘਰ ਦੇ ਨਾਲ ਪਿਆਰ ਨਾ ਪਾ ਲਿਓ ਕਦੇ ਵੀ। ਜਦੋਂ ਤੁਸੀਂ ਦੇਖਣ ਜਾਂਦੇ, ਚੰਗੇ ਲੱਗਦੇ ਆ ਘਰ, ਸਜਾਏ ਹੁੰਦੇ ਨੇ। ਅਸੀਂ ਸਾਡੀ ਜਿਹੜੀ ਸਟੇਜਿੰਗ ਦੀਆਂ ਟੀਮਸ ਨੇ, ਸਾਡੇ ਜਿਹੜੇ ਸਟੇਜਿੰਗ ਕੰਪਨੀਆਂ ਨੇ, ਉਹ ਬਹੁਤ ਅੱਛਾ ਘਰ ਨੂੰ ਪ੍ਰੈਜ਼ੈਂਟੇਬਲ ਬਣਾ ਦਿੰਦੀਆਂ ਨੇ। ਸੋ ਜ਼ਰੂਰ ਤੁਸੀਂ ਆਪਣੀ ਅਫੋਰਡੇਬਿਲਿਟੀ, ਜਿਹਨੂੰ ਕਹਿੰਦੇ ਨਾ ਜੀ, ਆਪਣੀ ਜੇਬ ਵੇਖ ਕੇ, ਆਪਣੀ ਜਾਂ ਪੰਜਾਬੀ ਦੀ ਸਿੱਧੀ ਇੱਕ ਠੇਠ ਕਹਾਵਤ ਹੈ ਜੀ, ਚਾਦਰ ਵੇਖ ਕੇ ਪੈਰ ਪਸਾਰੋ ਜੀ। ਬਿਲਕੁਲ। ਤਾਂ ਉਹ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਅਫੋਰਡੇਬਿਲਿਟੀ ਦਾ ਪੈਮਾਨਾ ਤੁਹਾਡੇ ਕੋਲ ਹੈਗਾ, ਫਾਰਮੂਲਾ ਤੁਹਾਡੇ ਕੋਲ ਹੈਗਾ, ਤੇ ਉਸ ਦਾ ਜਿਹੜਾ ਖਿਆਲ ਰੱਖਿਆ ਜਾਵੇ। ਸੋ ਇੱਕ ਤਾਂ ਹੋ ਗਈ ਜੀ ਅਫੋਰਡੇਬਿਲਿਟੀ। ਅੱਛਾ, ਇਹਦਾ ਮੈਂ ਭਾਜੀ ਇੱਥੇ ਐਡ ਕਰਨਾ ਚਾਹੁੰਦਾ ਕਿ ਜੇ ਸਾਨੂੰ ਜਦੋਂ ਅਸੀਂ ਅਫੋਰਡੇਬਿਲਿਟੀ ਐਸਟੀਮੇਸ਼ਨ ਹੋ ਜਾਂਦੀ ਆ, ਹੁਣ ਜਦੋਂ ਤੁਸੀਂ ਕਈ ਵਾਰੀ ਕਹੇ ਸਾਨੂੰ ਆਫਰ ਹੀ ਫਰਮ ਪਾਉਣੀ ਪੈਂਦੀ, ਉਹ ਕਹਿੰਦੇ ਜੀ ਫਾਈਨੈਂਸ਼ੀਅਲ ਕੰਡੀਸ਼ਨ ਨਹੀਂ ਹੋਏਗੀ, ਮੇਰੇ ਮੂੰਹ ਦੀ ਗੱਲ ਖੋਲੀ ਵੈਸੇ। ਅੱਛਾ, ਉਹਦੇ ਅਗਰ ਮੈਨੂੰ ਪਤਾ ਲੱਗਦਾ ਵੀ ਹਾਂ ਜੀ ਇਹ ਕਲਾਇੰਟ ਕਿੱਥੇ ਤੱਕ ਕੁਆਲੀਫਾਈ ਕਰ ਸਕਦਾ, ਤਾਂ ਉੱਥੇ ਮੈਨੂੰ ਕਹਿ ਦੇਗਾ ਵੀ ਤੁਸੀਂ ਜੀ ਭਾਜੀ ਇੱਥੇ ਤੱਕ ਆਫਰ ਪਾ ਦਿਓ, ਫਰਮ ਪਾ ਦਿਓ, ਹੋ ਜਾਏਗੀ ਜੀ। ਅਗਰ ਨਹੀਂ ਹੁੰਦਾ ਕੀ ਹੈ ਕਿ ਜੇ ਤੁਸੀਂ ਕਈ ਵਾਰੀ ਘਰ ਕਿਸੇ ਨੂੰ ਪਸੰਦ ਆ ਗਿਆ ਹੁੰਦਾ, ਆਫਰ ਜਿਹੜੀ ਉਹ ਫਰਮ ਪਾਉਣੀ ਪੈਂਦੀ ਹੈਗੀ ਆ, ਅਫੋਰਡੇਬਿਲਿਟੀ ਦਾ ਪਤਾ ਨਹੀਂ ਹੁੰਦਾ ਸਾਨੂੰ, ਉਸ ਵੇਲੇ ਜਾ ਕੇ ਮੁਸ਼ਕਿਲ ਇਹ ਆ ਜਾਂਦੀ ਆ ਕਿ ਬਾਅਦ ਵਿੱਚ ਤੁਸੀਂ ਇੱਧਰੋਂ ਫਰਮ ਆਫਰ ਪਾਤੀ ਆ, ਅਫੋਰਡੇਬਿਲਿਟੀ ਹੈ ਨਹੀਂ ਗੀ, ਕਲਾਇੰਟ ਜਿਹੜਾ ਐਂਡ ਅਪ ਲੂਜ਼ਿੰਗ ਦਾ ਮਨੀ, ਔਰ ਨਾਲ ਕੀ ਹੁੰਦਾ ਕਿ ਜਿਹੜੀ ਸਾਡੀ ਆਪਣੀ ਕ੍ਰੈਡੀਬਿਲਿਟੀ ਫਿਰ ਉਹ ਖਰਾਬ ਹੋ ਜਾਂਦੀ ਹੈ। ਬਿਲਕੁਲ। ਸੋ ਤੁਸੀਂ ਇੱਕ ਗੱਲ ਕੀਤੀ ਹੈ, ਵੈਸੇ ਫਰਮ ਆਫਰਸ ਤਾਂ ਆਮ, ਕਿਉਂਕਿ ਅੱਜ ਕੱਲ੍ਹ ਇੱਕ ਕ੍ਰਾਈਟੇਰੀਆ ਹੋ ਗਿਆ, ਔਰ ਈਵਨ ਲਿਖਣ ਵੀ ਲੱਗ ਗਏ ਕਿ ਫਰਮ ਆਫਰਸ ਨੂੰ ਐਂਟਰਟੇਨ
ਪਹਿਲਾਂ ਕੀਤਾ ਜਾਏਗਾ ਵਗੈਰਾ ਵਗੈਰਾ। ਉਹ ਚਲੋ ਰੀਅਲ ਸਟੇਟ ਦੀ ਗੱਲ ਨਹੀਂ ਆਪਾਂ ਕਰਦੇ। ਫਰਮ ਆਫਰ ਤੋਂ ਮਤਲਬ ਇਹ ਹੁੰਦਾ ਕਿ ਜਿਸ ਦੀ ਕੋਈ ਫਾਈਨੈਂਸ਼ੀਅਲ ਕੰਡੀਸ਼ਨ ਨਹੀਂ ਹੁੰਦੀ ਜਾਂ ਕਿਸ ਫਾਈਨਾਂਸ ਦੀ ਜਾਂ ਦੂਜੀਆਂ ਕੰਡੀਸ਼ਨਸ ਜਿਹੜੀਆਂ ਹੁੰਦੀਆਂ ਸ਼ਾਇਦ ਉਹ ਵੀ ਨਾ ਹੋਣ ਤਾਂ ਉਹਨੂੰ ਫਰਮ ਆਫਰ ਕਿਹਾ ਜਾਂਦਾ ਹੈ। ਲੇਕਿਨ ਫਾਈਨਾਂਸ ਦੀ ਕੰਡੀਸ਼ਨ ਹੁੰਦੀ ਹੈ ਜਿਹਦਾ ਬਾਅਦ ਦੇ ਵਿੱਚ ਵੇਵਰ ਦਿੱਤਾ ਜਾਂਦਾ 5-7 ਜਾਂ ਜਿੰਨੇ ਵੀ ਦਿਨ ਦੀ ਉਹਦੀ ਆਪਾਂ ਟਾਈਮ ਮੰਗਦੇ ਹਾਂ ਆਪਣੀ ਮੌਰਗੇਜ ਅਰੇਂਜ ਕਰਾਉਣ ਵਾਸਤੇ। ਕ੍ਰੈਡਿਟ ਦੇ ਉੱਤੇ ਮੈਂ ਥੋੜ੍ਹਾ ਜਿਹਾ ਜਾਣਾ ਚਾਹਾਂਗਾ। ਸਾਡੇ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਜੋ ਨਵੇਂ ਕੈਨੇਡਾ ਦੇ ਵਿੱਚ ਆਏ ਹੋਣਗੇ, ਔਰ ਜਦੋਂ ਨਵਾਂ ਬੰਦਾ, ਤੁਸੀਂ ਸ਼ੁਰੂ 'ਚ ਇੱਕ ਗੱਲ ਕਹੀ ਸੀ ਕਿ ਉਹਨਾਂ ਨੂੰ ਕਈ ਵਾਰੀ ਕ੍ਰੈਡਿਟ ਦਾ ਯੂਜ਼ ਕਰਨ ਦਾ ਜਾਂ ਕ੍ਰੈਡਿਟ ਦੀ ਜਿਹੜੀ ਪੇਮੈਂਟਸ ਦੀ ਜਿਹੜੀ ਹੈ ਉਹਦਾ ਕਈ ਵਾਰੀ ਇੱਕ ਉੱਤੇ ਥੱਲੇ ਹੋ ਜਾਣਾ ਜਾਂ ਕੋਈ ਹੋਰ ਮਜਬੂਰੀ ਹੋ ਸਕਦੀ ਹੈ। ਕ੍ਰੈਡਿਟ ਸਕੋਰ ਜਿਹੜਾ ਹੈ ਜੀ ਇਹ ਕਿੰਨਾ ਕੁ ਇੰਪੋਰਟੈਂਟ ਹੈ ਜੀ ਕਿਸੇ ਵੀ ਵਿਅਕਤੀ ਲਈ, ਜੇਕਰ ਉਹਨੇ ਕੋਈ ਘਰ ਜਾਂ ਕੋਈ ਕਾਰੋਬਾਰ ਜਾਂ ਕੋਈ ਮੌਰਗੇਜ ਜਾਂ ਲੋਨ ਉਹਨੇ ਲੈਣਾ ਹੈ? ਮੇਜਰ ਭਾਜੀ, ਐਸ ਨਾਰਥ ਅਮਰੀਕਨ ਸੁਸਾਇਟੀ ਜਿਹੜਾ ਸਾਡਾ ਕ੍ਰੈਡਿਟ ਸਕੋਰ ਆਈ ਥਿੰਕ ਇਟਸ ਇਨਵੈਲਿਊਏਬਲ। ਅੱਛਾ ਜੀ। ਇਹਦੀ ਕੀਮਤ ਕੋਈ ਨਹੀਂ ਗੀ, ਸਾਨੂੰ ਇਹੋ ਬਣਾਉਣਾ ਪੈਂਦਾ ਹੈ। ਬਣਾਉਣ ਦਾ ਮੀਨਿੰਗ ਹੁੰਦਾ ਹੈ ਤੁਸੀਂ ਕ੍ਰੈਡਿਟ ਕਾਰਡ ਲੈਣੇ ਨੇ, ਤੁਸੀਂ ਆਪਣੇ ਆਪ ਨੂੰ ਇੱਥੇ ਆ ਕੇ ਸ਼ੋਅ ਕਰਨਾ ਕਿ ਹਾਊ ਰਿਸਪੌਂਸੀਬਲ ਆਈ ਐਮ, ਫਾਈਨੈਂਸ਼ੀਅਲੀ ਰਿਸਪੌਂਸੀਬਲ ਕਿੱਦਾਂ ਹੈ। ਕਿਉਂਕਿ ਇੱਥੇ ਜਿਹੜੀ ਸਾਡਾ ਇੱਥੇ ਸਿਸਟਮ ਆ, ਉਹਨਾਂ ਨੇ ਤੁਹਾਨੂੰ ਬਾਈ ਫੇਸ ਤਾਂ ਕਿਸੇ ਨੇ ਦੇਖਣਾ ਨਹੀਂ, ਉਹਨਾਂ ਤੁਹਾਡੀ ਕ੍ਰੈਡਿਟ ਰਿਪੋਰਟ ਹੀ ਦੇਖਣੀ ਹੈ। ਕ੍ਰੈਡਿਟ ਰਿਪੋਰਟ ਦਾ ਮੀਨਿੰਗ ਇਹ ਹੁੰਦਾ ਕਿ ਤੁਹਾਡੇ ਕੋਲ ਲੈਟਸ ਸੇ ਤੁਹਾਨੂੰ ਬੈਂਕ ਤੋਂ ਕੋਈ ਕ੍ਰੈਡਿਟ ਕਾਰਡ ਆ ਗਿਆ ਜਾਂ ਲਾਈਨ ਆਫ ਕ੍ਰੈਡਿਟ ਲੈ ਲਈ ਜਾਂ ਤੁਸੀਂ ਕਾਰ ਲੋਨ ਲੈ ਲਿਆ, ਹਾਊ ਰਿਸਪੌਂਸੀਬਲੀ ਯੂ ਆਰ ਪੇਇੰਗ ਬੈਕ ਔਰ ਯੂਜ਼ਿੰਗ ਐਂਡ ਪੇਇੰਗ ਬੈਕ ਐਂਡ ਉੱਥੋਂ ਤੁਹਾਡੀ ਫਿਰ ਇਹ ਕ੍ਰੈਡੀਬਿਲਿਟੀ ਹੌਲੀ ਹੌਲੀ ਐਸਟੈਬਲਿਸ਼ ਹੁੰਦੀ ਹੈਗੀ। ਬਹੁਤ ਅੱਛੇ। ਇੱਥੇ ਜਿਹੜਾ ਸਿਸਟਮ ਕੀ ਆ, ਜਿਹੜੇ ਬੜੇ ਅੱਛੇ ਪ੍ਰੋਗਰਾਮ ਨੇ ਸਾਡੀ ਗਵਰਨਮੈਂਟ ਦੇ ਕਿ ਨਿਊ ਕਮਰਸ ਹੈਗੇ ਨੇ, ਚਲੋ ਉਹਨਾਂ ਦਾ 6 ਮਹੀਨੇ ਦਾ ਕ੍ਰੈਡਿਟ ਹੈ, ਸਾਲ ਦਾ ਕ੍ਰੈਡਿਟ ਹੈ, ਕੋਈ ਗੱਲ ਨਹੀਂ ਹੈਗੀ, ਉਹਨੂੰ ਵੀ ਐਕਸੈਪਟ ਕਰਦੇ ਨੇ। ਬਹੁਤ ਅੱਛਾ। ਔਰ ਬੜੀਆਂ ਅੱਛੀਆਂ ਫੈਸਿਲਿਟੀਜ਼ ਦਿੰਦੇ ਨੇ। ਸਾਨੂੰ ਸ਼ੋਅ ਕੀ ਕਰਨਾ ਪੈਂਦਾ ਕਿ ਦੈਟ ਆਈ ਐਮ ਅ ਰਿਸਪੌਂਸੀਬਲ ਪਰਸਨ, ਆਈ ਕੈਨ ਟੇਕ ਔਨ ਦਾ ਲਾਇਬਿਲਿਟੀ ਐਂਡ ਆਈ ਕੈਨ ਪੇ ਬੈਕ ਆਲਸੋ। ਬਹੁਤ ਅੱਛਾ। ਤੇ ਉਹ ਜਿਹੜਾ ਕ੍ਰੈਡਿਟ ਕੀ ਹੈ, ਜਦੋਂ ਤੁਸੀਂ ਕ੍ਰੈਡਿਟ ਕਾਰਡ ਲੈਂਦੇ ਆ ਜਾਂ ਲਾਈਨ ਆਫ ਕ੍ਰੈਡਿਟਸ ਲੈਂਦੇ ਨੇ, ਤੁਸੀਂ ਉਹਨਾਂ ਨੂੰ ਪੇ ਬੈਕ ਕਰਦੇ ਆ, ਯੂਜ਼ ਕਰਦੇ ਆ, ਪੇ ਬੈਕ ਕਰਦੇ ਆ, ਤੁਹਾਡਾ ਉਸ ਤਰ੍ਹਾਂ ਉਹਦੀ ਇੱਕ ਸਕੋਰਿੰਗ ਇੱਥੇ ਕਹਿੰਦੇ ਆ, ਤੁਹਾਡੇ ਨੰਬਰ ਬਣਦੇ ਜਾਂਦੇ ਨੇ। 500 ਹੋ ਗਿਆ, 600 ਹੋ ਗਿਆ, 650 ਹੋ ਗਿਆ, 700 ਹੋ ਗਿਆ। ਜਿਹੜੀ ਮੌਰਗੇਜ ਵਾਸਤੇ ਮਿਨੀਮਮ ਸਕੋਰਿੰਗ ਜਿਹੜੀ ਉਹ ਕਹਿੰਦੇ ਕਮ ਸੇ ਕਮ ਤੁਹਾਡੀ 650 ਹੋਵੇ, ਤੁਹਾਡੇ ਕੋਲ 2 ਜਾਂ 3 ਕ੍ਰੈਡਿਟ ਲਾਈਨਸ ਹੋਣੀਆਂ ਚਾਹੀਦੀਆਂ ਹੈਗੀਆਂ। ਇਹ ਜਿਹੜੀ ਸਾਡੀ ਕ੍ਰੈਡਿਟ ਕਾਰਡ ਜਿਹੜੀ ਹਿਸਟਰੀ ਤੁਸੀਂ ਕਹਿ ਲਓ ਜਾਂ ਇੰਨਾ ਕਿ ਇਹਦੇ ਬਾਰੇ ਮਿਨੀਮਮ ਤਾਂ ਇਹ ਹੈਗਾ ਹੈ, ਉਹਦੇ ਵਾਸਤੇ ਹੋਣਾ ਚਾਹੀਦਾ। ਸੋ ਅਸੀਂ ਵਿਸਤਾਰ ਦੇ ਵਿੱਚ ਕਿਸੇ ਅੱਗੇ ਚੱਲ ਕੇ ਗੱਲ ਕਰਾਂਗੇ। ਔਰ ਕ੍ਰੈਡਿਟ ਜਿਹੜਾ ਹੈ ਜੀ ਉਹ ਬੰਦੇ ਦਾ ਕਰੈਕਟਰ ਸਰਟੀਫਿਕੇਟ ਜਿਵੇਂ ਇੰਡੀਆ 'ਚ ਹੁੰਦਾ ਸੀ ਉਸ ਕਿਸਮ ਦਾ ਹੁੰਦਾ ਹੈ। ਸੋ ਫਾਈਨੈਂਸ਼ੀਅਲ ਕਰੈਕਟਰ ਸਰਟੀਫਿਕੇਟ ਇਜ਼ ਯੋਰ ਕ੍ਰੈਡਿਟ ਸਕੋਰਿੰਗ। ਸੋ ਇਸ ਗੱਲ ਨੂੰ ਬਿਲਕੁਲ ਨਾ ਭੁੱਲਣਾ। ਔਰ ਹੋਰ ਕਿਹੜੇ ਬੈਨੀਫਿਟਸ ਨੇ, ਕਿਹੜੇ ਬੈਨੀਫਿਟਸ ਤੁਹਾਨੂੰ ਮੌਰਗੇਜ ਲੈਣ ਵੇਲੇ ਤੁਹਾਨੂੰ ਮਿਲ ਸਕਦੇ ਨੇ ਸਤਪਾਲ ਸਰੋਆ ਜੀ ਔਰ ਇਹਨਾਂ ਦੀ ਫਰਮ ਤੋਂ, ਇਹਦੇ ਬਾਰੇ ਗੱਲਬਾਤ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਔਰ ਵੇਖਦੇ ਰਹੋ ਹੈਲੋ ਕੈਨੇਡਾ ਔਨ ਪੰਜਾਬ ਸਟਾਰ ਟੀਵੀ। ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਤੁਹਾਡਾ ਨਿੱਘਾ ਸਵਾਗਤ ਬ੍ਰੇਕ ਤੋਂ ਬਾਅਦ। ਔਰ ਅਸੀਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਜਿਹੜੀ ਉਹ ਕਰ ਰਹੇ ਸੀ ਅੱਜ ਸਾਡੇ ਖਾਸ ਮਹਿਮਾਨ ਸਤਪਾਲ ਸਰੋਆ ਜੀ ਦੇ ਨਾਲ, ਜਿਹੜੇ ਕਿ ਮੌਰਗੇਜ ਬ੍ਰੋਕਰ ਹਨ, ਬੜੇ ਲੰਬੇ ਸਮੇਂ ਤੋਂ ਆਪਣੇ ਭਾਈਚਾਰੇ ਦੇ ਵਿੱਚ ਔਰ ਬੜੀ ਜਾਣੀ ਪਹਿਚਾਣੀ ਸ਼ਖਸੀਅਤ, ਔਰ ਇਹਨਾਂ ਦੀਆਂ ਸੇਵਾਵਾਂ ਹਜ਼ਾਰਾਂ ਹੀ ਜਿਹੜੇ ਲੋਕ ਹਨ ਜੀ ਸਾਡੇ ਭਾਈਚਾਰੇ ਦੇ ਉਹ ਲੈ ਚੁੱਕੇ ਨੇ। ਔਰ ਮੌਰਗੇਜ ਲੈਣੀ ਜਿਹੜੀ ਹੈ ਜਾਂ ਮੌਰਗੇਜ ਤੋਂ ਇਲਾਵਾ ਉਹਨਾਂ ਸੰਬੰਧਿਤ ਜਿਹੜੇ ਵੱਖ-ਵੱਖ ਪ੍ਰੋਡਕਟਸ ਹੁੰਦੇ ਨੇ ਉਹ ਇਹਨਾਂ ਦੀ ਕੰਪਨੀ ਔਰ ਇਹ ਪ੍ਰੋਵਾਈਡ ਕਰਦੇ ਨੇ ਆਪਣੇ ਭਾਈਚਾਰੇ ਨੂੰ। ਸੋ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਕਰਦੇ ਹਾਂ। ਸੋ ਵੈਲਕਮ ਬੈਕ ਟੂ ਦ ਸ਼ੋ। ਥੈਂਕ ਯੂ ਜੀ। ਥੈਂਕ ਯੂ ਭਾਜੀ। ਥੈਂਕ ਯੂ ਜੀ। ਗੱਲ ਕ੍ਰੈਡਿਟ ਦੀ ਤੁਸੀਂ ਕਰ ਰਹੇ ਸੀ, ਕ੍ਰੈਡਿਟ ਹਿਸਟਰੀ ਹੋਣੀ ਚਾਹੀਦੀ ਹੈ। ਤੁਸੀਂ ਇਹ ਵੀ ਦੱਸਤਾ ਕਿ 650 ਤੋਂ ਉੱਤੇ ਹੋਣ ਤਾਂ ਜੀ ਕਈ ਵਾਰ ਕੀ ਹੁੰਦਾ ਜੀ ਘਰ 'ਚ ਨਾ ਇਨਕਮ ਆ ਰਹੀ ਹੁੰਦੀ ਹੈ। ਸਾਡੇ ਬਹੁਤ ਸਾਰੇ ਕਾਰੋਬਾਰੀ ਔਰ ਬਹੁਤ ਸਾਰੇ ਸਾਡੇ ਵੀਰ ਭੈਣ ਹਨ ਜਿਹੜੇ ਕਿ ਪੈਸੇ ਤਾਂ ਆ ਰਹੇ ਨੇ, ਚਾਹੇ ਉਹ ਬਿਜ਼ਨਸ ਖੋਲ੍ਹਿਆ ਹੈ, ਚਾਹੇ ਉਹ ਕੈਸ਼ ਹੈਗਾ, ਜਿਵੇਂ ਵੀ ਹੈਗਾ, ਲੇਕਿਨ ਉਹ ਸ਼ੋਅ ਨਹੀਂ ਕਰ ਹੁੰਦਾ। ਸੋ ਜਿਹੜੇ ਬਿਜ਼ਨਸਮੈਨ ਨੇ ਜੀ, ਜੇ ਉਹਨਾਂ ਨੇ ਪ੍ਰਾਪਰਟੀ ਲੈਣੀ ਹੈ, ਜਿਹੜੇ ਕਿ ਉਹਦੇ ਬਾਰੇ ਥੋੜ੍ਹਾ ਦੱਸੋ। ਸਾਡੇ ਬਹੁਤ ਸਾਰੇ ਮਿਸਕਨਸੈਪਸ਼ਨ ਹੁੰਦੇ ਨੇ ਕਿ ਮੈਂ ਕਾਰੋਬਾਰ ਬਿਜ਼ਨਸ ਖੋਲ੍ਹਿਆ ਹੈ, ਬਿਜ਼ਨਸ ਅੱਛਾ ਚੱਲ ਵੀ ਰਿਹਾ, ਲੇਕਿਨ ਮੌਰਗੇਜ ਨਹੀਂ ਮੇਰੀ ਹੋ ਰਹੀ, ਉਹਦੇ ਬਾਰੇ ਦੱਸੋ। ਨਹੀਂ ਭਾਜੀ, ਉਹਨਾਂ ਵਾਸਤੇ ਬਹੁਤ ਸੋਹਣੇ ਪ੍ਰੋਗਰਾਮ ਨੇ ਜਿਹੜੇ ਸਾਡੇ ਜਿੰਨੇ ਵੀ ਸੈਲਫ ਇੰਪਲਾਈਡ ਹੈਗੇ ਨੇ, ਔਰ ਹਰ ਇੱਕ ਜਿਹੜੇ ਸਾਡੇ ਲੈਂਡਰ ਨੇ ਬੜੇ ਪ੍ਰੋਐਕਟਿਵ ਨੇ ਉਹਨਾਂ ਵਾਸਤੇ ਵੀ। ਔਰ ਉਹਦੇ ਵਿੱਚ ਉਹਨੂੰ ਅਸੀਂ ਸੈਲਫ ਇੰਪਲਾਈਡ ਪ੍ਰੋਗਰਾਮ ਕਹਿੰਦੇ ਹਾਂ, ਜਿੱਥੇ ਕਿ ਤੁਸੀਂ ਮੰਨ ਲਓ ਕਿ ਡਿਊ ਟੂ ਸਮ ਰੀਜ਼ਨ ਤੁਹਾਡੀ ਪ੍ਰੋਪਰ ਤੁਸੀਂ ਇਨਕਮ ਡਿਕਲੇਅਰ ਨਹੀਂ ਕਰਦੇ ਹੈਗੇ, ਉਹਦੇ 'ਚ ਉਹਨਾਂ ਨੇ ਸੈਲਫ ਡਿਕਲੇਅਰਡ ਇਨਕਮ ਪ੍ਰੋਗਰਾਮ ਹੁੰਦਾ ਹੈਗਾ। ਅੱਛਾ ਜੀ। ਹੋਣਾ ਕੀ ਚਾਹੀਦਾ ਵੀ ਤੁਹਾਡੇ ਕੋਲ ਬਿਜ਼ਨਸ ਦੇ ਵਿੱਚ ਕੈਸ਼ ਆ ਰਿਹਾ ਹੈਗਾ, ਇੰਨਾ ਕੁ ਆ ਰਿਹਾ ਹੈਗਾ,
ਔਰ ਜੋ ਵੀ ਆ ਰਿਹਾ ਹੈਗਾ ਮੈਂ ਉਸ ਹਿਸਾਬ ਨਾਲ ਜਾ ਕੇ ਦੇਖ ਸਕਦਾ ਕਿ ਮੈਂ ਤੁਹਾਨੂੰ ਕਿੰਨੇ ਕੁ ਲੋਨ ਵਾਸਤੇ ਕੁਆਲੀਫਾਈ ਕਰਵਾ ਸਕਦਾ। ਓਕੇ। ਔਰ ਉਹਦੇ ਨਾਲ ਆਫ ਕੋਰਸ ਜਿੱਦਾਂ ਪਹਿਲਾਂ ਕ੍ਰੈਡਿਟ ਕੀਤਾ ਗੱਲ ਕੀਤੀ ਉਹਦਾ ਕ੍ਰੈਡਿਟ ਵੀ ਸਾਡਾ ਸੋਹਣਾ ਹੋਣਾ ਚਾਹੀਦਾ ਹੈਗਾ। ਤੁਸੀਂ ਕਮਰਸ਼ੀਅਲ ਪ੍ਰਾਪਰਟੀ ਲੈਣੀ ਹੈ ਜਾਂ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਲੈਣੀ ਹੈਗੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ, ਮੇਰੇ ਨਾਲ ਕੰਟੈਕਟ ਕਰ ਸਕਦੇ ਹੈਗੇ। ਔਰ ਮੈਂ ਤੁਹਾਡੇ ਨਾਲ ਬੈਠ ਕੇ ਦੇਖ ਕੇ ਤੁਹਾਨੂੰ ਮੈਂ ਕਿੱਥੇ ਤੱਕ ਲੈ ਕੇ ਦੇ ਸਕਦਾ ਹਾਂ। ਤੁਹਾਨੂੰ ਮੈਂ ਸ਼ੁਰੂ ਦੇ ਵਿੱਚ ਈਵਨ ਤੁਸੀਂ ਆਫਰ ਪਾਉਣ ਤੋਂ ਪਹਿਲਾਂ ਵੀ ਮੈਂ ਉਹਨਾਂ ਨੂੰ ਗਾਈਡ ਕਰ ਸਕਦਾ ਕਿ ਤੁਸੀਂ ਕਿਸ ਤਰ੍ਹਾਂ ਇਹਨੂੰ ਅੱਗੇ ਜਾ ਕੇ ਆਫਰ ਪਾਉਣੀ ਆ। ਜੇ ਤੁਸੀਂ 6 ਮਹੀਨੇ ਤੱਕ ਰੁਕਣਾ ਹੈਗਾ, ਜੇ ਤੁਸੀਂ ਟੈਕਸ ਫਾਈਲ ਕਰਨਾ ਹੈਗਾ, ਤੁਸੀਂ ਉਹਨੂੰ ਕਿਸ ਤਰ੍ਹਾਂ ਕਰਨਾ ਹੈ ਤਾਂ ਕਿ ਜਿਹੜਾ ਤੁਹਾਡਾ ਇੱਕ ਬੇਸ ਬਣ ਜਾਵੇ। ਉਸ ਤੋਂ ਬਾਅਦ ਤੁਸੀਂ ਉਹਨੂੰ ਅੱਗੇ ਲੈਵਰੇਜ ਕਰਕੇ ਤੁਸੀਂ ਨਿਕਲਦੇ ਰਹੋ। ਔਰ ਬਿਲਕੁਲ ਟ੍ਰਾਂਜੈਕਸ਼ਨ ਜਿਹੜੀ ਹੈ ਜੋ ਬਿਲਕੁਲ ਬਿਨਾਂ ਕਿਸੇ ਝੰਜਟ ਤੋਂ, ਬਿਨਾਂ ਕਿਸੇ ਰੁਕਾਵਟ ਤੋਂ ਹੋ ਜਾਵੇ। ਔਰ ਕਈ ਵਾਰੀ ਆਪਾਂ ਮੌਰਗੇਜ ਦੀ ਗੱਲ ਜ਼ਿਕਰ ਕਰਦੇ ਹਾਂ, ਇਹ ਤਾਂ ਬਿਜ਼ਨਸ ਕੈਟੇਗਰੀ ਵਾਲੇ ਹੋ ਗਏ। ਔਰ ਇਹਦੀ ਇਨ ਡਿਟੇਲ ਜਿਹੜੀ ਜਾਣਕਾਰੀ ਹੈ ਜੀ ਉਹ ਤੁਸੀਂ ਸਤਪਾਲ ਸਰੋਆ ਜੀ ਦੇ ਨਾਲ ਸੰਪਰਕ ਕਰਕੇ, ਇਹਨਾਂ ਦਾ ਫੋਨ ਨੰਬਰ ਸਕਰੀਨ ਤੇ ਵੀ ਅਸੀਂ ਦੱਸਿਆ, ਮੈਂ ਵੀ ਦੱਸ ਦਿੰਦਾ 647 831 4742 6478314742। ਔਰ ਤੁਸੀਂ ਉੱਦਾਂ ਹੀ ਗੂਗਲ ਕਰ ਲਓਗੇ ਤਾਂ ਇਹਨਾਂ ਦਾ ਜਿਹੜਾ ਹੈ ਜੀ ਤੁਹਾਨੂੰ ਲੱਭ ਜਾਏਗਾ ਨਾਮ ਔਰ ਨੰਬਰ। ਔਰ ਮੈਂ ਇਹ ਜਾਣਨਾ ਚਾਹਾਂਗਾ ਕਿ ਕਈ ਵਾਰ ਨਾ ਜੀ ਮੌਰਗੇਜ ਜਿਹੜੀ ਹੁੰਦੀ ਹੈ, ਜਿਵੇਂ ਹੁਣ ਐਜ਼ ਏ ਰੀਅਲਟਰ ਮੌਰਗੇਜ ਬੈਂਕ ਤੋਂ ਜਾਂ ਜਿੱਥੋਂ ਵੀ ਹੋਊਗੀ, ਫਾਈਨੈਂਸ ਲੈਂਡਰ ਤੋਂ ਹੋਊਗੀ, ਪਰ ਉਹਦੇ 'ਚ ਨਾ ਜੀ ਅੱਜ ਕੱਲ੍ਹ ਐਂਡ ਮੌਕੇ ਦੇ ਦਿੱਤੇ ਸਰਪ੍ਰਾਈਜ਼ਸ ਜਿਹਨੂੰ ਕਹਿੰਦੇ ਤਾਂ ਉਹ ਸਰਪ੍ਰਾਈਜ਼ਸ ਤੋਂ ਕਿਵੇਂ ਬਚਿਆ ਜਾਵੇ ਜੀ? ਉਹ ਸਰਪ੍ਰਾਈਜ਼ਸ ਪਹਿਲਾਂ ਤਾਂ ਆਉਂਦੇ ਕਿਉਂ ਨੇ ਜੀ? ਸਰਪ੍ਰਾਈਜ਼ਸ ਤੋਂ ਭਾਵ ਹੈ ਕਿ ਬੈਂਕ ਕਹਿੰਦਾ ਜੀ ਆਹ ਦਿਖਾਓ ਹੁਣ ਜੀ ਨਹੀਂ ਦੇਣੀ। ਉਹਨਾਂ ਤੋਂ ਬਚਣ ਦਾ ਕੀ ਤਰੀਕਾ ਜੀ? ਵੈਸੇ ਮੈਨੂੰ ਤੁਹਾਡੀ ਉਹ ਗੱਲ ਬੜੀ ਵਧੀਆ ਲੱਗੀ ਜਿਹੜੀ ਤੁਸੀਂ ਕਿਹਾ। ਔਰ ਮੈਨੂੰ ਪਤਾ ਹੈ ਮੇਰੇ ਕਈ ਕਲਾਇੰਟਸ ਜਿਹੜੇ ਹਨ, ਜਦੋਂ ਵੀ ਤੁਹਾਡੇ ਕੋਲ ਲੈ ਕੇ ਜਾਂਦਾ ਤੁਸੀਂ ਉਹਨਾਂ ਨੂੰ 6 ਮਹੀਨੇ ਈਵਨ ਸਾਲ ਤੱਕ ਵੀ ਵੇਟ ਕਰਨ ਨੂੰ ਇੱਕ ਦੋ ਨੂੰ ਕਿਹਾ, ਔਰ ਉਹਨਾਂ ਨੇ ਉਸੇ ਹਿਸਾਬ ਨਾਲ ਉਹਨਾਂ ਦੀ ਟ੍ਰਾਂਜੈਕਸ਼ਨ ਜਿਹੜੀ ਬੜੀ ਸਮੂਥਲੀ ਜਿਹੜੀ ਹੈ ਜੀ ਫਿਰ ਉਹ ਹੋਈ ਹੈ ਜੀ। ਉਹਦੇ ਲਈ ਦੱਸੋ ਜੀ ਕਿਹੜੇ ਕਾਰਨ ਕੀ ਹੁੰਦੇ ਨੇ ਔਰ ਸਰਪ੍ਰਾਈਜ਼ਸ ਜਿਹੜੇ ਨੇ ਔਰ ਉਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ? ਜਿਹੜੇ ਸਾਡੇ ਜਾਂ ਕਾਰਨ ਤੁਸੀਂ ਕਹ ਲਓ ਜੋ ਸਰਪ੍ਰਾਈਜ਼ਸ ਹੁੰਦੇ ਆ ਕਿ ਜਦੋਂ ਮੇਰੇ ਕੋਲ ਕਿਸੇ ਵੀ ਕਲਾਇੰਟ ਦੀ ਪੂਰੀ ਇਨਫੋਰਮੇਸ਼ਨ ਨਹੀਂ ਆਉਂਦੀ, ਕੋਈ ਵਿਦ ਹੈਲਡ ਕਰ ਲਈ, ਕੋਈ ਮੈਨੂੰ ਪ੍ਰੋਪਰ ਨਹੀਂ ਦੱਸਿਆ। ਮੈਂ ਐਗਜ਼ਾਮਪਲ 2-3 ਐਗਜ਼ਾਮਪਲ ਦੇ ਦਿੰਦਾ। ਕਈ ਵਾਰੀ ਕਹਿੰਦੇ ਜੀ ਸਾਡੇ ਕੋਲ ਪੈਸੇ ਡਾਊਨ ਪੇਮੈਂਟ ਦੇ ਪੈਸੇ ਹੈਗੇ ਨੇ, ਉਹ ਮੇਰੇ ਕੋਲ ਬੈਂਕ ਸਟੇਟਮੈਂਟ ਨਹੀਂ ਆਏ ਤਾਂ ਮੈਨੂੰ ਨਹੀਂ ਪਤਾ ਲੱਗੇਗਾ ਪੈਸੇ ਹੈ ਕਿ ਨਹੀਂ ਹੈਗੇ ਸਾਡੇ ਕੋਲ। ਇੱਕ ਇਹ ਹੋ ਗਿਆ। ਸਭ ਤੋਂ ਬੜਾ ਹੁੰਦਾ ਕਿ ਸਾਡੇ ਕੋਲ ਡਾਊਨ ਪੇਮੈਂਟ ਕਿੱਥੇ ਪਈ ਹੈ। ਹੁਣ ਕਈ ਵਾਰੀ ਇੰਡੀਆ ਤੋਂ ਪੈਸੇ ਮੰਗਾਉਂਦੇ ਨੇ, ਉਹ ਕਿਤੇ ਖੇਤ ਵੇਚਣ ਲਾਇਆ ਜੋ ਵੀ ਹੁੰਦਾ, ਠੀਕ ਹੈ ਜੀ। ਇੱਥੇ ਸਾਡੇ ਐਂਟੀ ਮਨੀ ਲਾਂਡਰਿੰਗ ਸਿਸਟਮ ਜਿਹੜਾ ਹੈਗਾ ਉਹ ਵੀ ਕਹਿੰਦੇ ਵੀ ਤੁਸੀਂ ਵੀ ਕਮ ਸੇ ਕਮ ਵੀ 1 ਮਹੀਨਾ ਪਹਿਲਾਂ ਸਾਡੇ ਕੋਲ ਪੈਸੇ ਇੱਥੇ ਹੋਣੇ ਚਾਹੀਦੇ ਨੇ। ਬਿਲਕੁਲ ਠੀਕ ਹੈ ਜੀ, ਠੀਕ ਹੈ। ਪੇਰੈਂਟਸ ਸਾਡੇ ਇੱਥੇ ਜੰਗ ਬੱਚੇ ਆ ਰਹੇ ਨੇ, ਉਹਨਾਂ ਨੂੰ ਪੇਰੈਂਟਸ ਉੱਥੇ ਸਪੋਰਟ ਕਰ ਰਹੇ ਨੇ, ਪੈਸਾ ਸਾਡਾ ਉੱਥੋਂ ਆ ਰਿਹਾ ਔਰ ਲੀਗਲ ਆ ਰਿਹਾ, ਉਹ 'ਚ ਇਸ਼ੂ ਕੋਈ ਨਹੀਂ ਹੈਗਾ। ਕਈ ਵਾਰੀ ਜਿਹੜੇ ਸਾਡੇ ਕਲਾਇੰਟ ਹੁੰਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਪੈਸਾ ਕਦੋਂ ਕਿੱਥੇ ਸਾਡੇ ਕੋਲ ਆਉਣਾ ਚਾਹੀਦਾ। ਉਹਨਾਂ ਨੇ ਮੰਨ ਲਓ ਤੁਹਾਨੂੰ ਵੀ ਕਹਿਤਾ ਵੀ ਨਹੀਂ ਜੀ ਸਾਡੇ ਕੋਲ ਭਾਜੀ ਪੈਸੇ ਤਾਂ ਹੈਗੇ, ਫਿਕਰ ਨਹੀਂ ਕਰੋ, ਸਾਨੂੰ ਘਰ ਲੈ ਰਹੇ ਹੋ ਤੁਸੀਂ। ਪਰ ਜਿਹੜਾ ਪੈਸੇ ਤਾਂ ਬੈਂਕ 'ਚ ਹੋਣਗੇ, ਪਰ ਜਿਹੜਾ ਜੋ ਸਿਸਟਮ ਦੇ ਹਿਸਾਬ ਨਾਲ ਅਪਰੂਵਲ ਦੇ ਹਿਸਾਬ ਨਾਲ ਮੈਨੂੰ ਪੈਸੇ ਚਾਹੀਦੇ ਨੇ ਉਹ ਨਹੀਂ ਹੋਣਗੇ। ਉੱਥੇ ਨਹੀਂ ਸੀਗੀ। ਮੇਰੇ ਕੋਲ ਇੱਕ ਡੀਲ ਆਈ ਸੀਗੀ, ਸਾਡੇ ਕੋਲ ਮੈਨੂੰ 5 ਦਿਨ ਡੀਲ ਪੋਸਟਪੋਨ ਕਰਨੀ ਪਈ ਕਿਉਂਕਿ ਉਸ ਦੇ ਵਿੱਚ ਜਿਹੜਾ ਪੈਸਾ ਆਇਆ ਸੀ ਉਹਨੂੰ 1 ਮਹੀਨਾ ਨਹੀਂ ਸੀ ਹੋਇਆ ਪੂਰਾ। ਅੱਛਾ ਮੰਥ। ਅੱਛਾ ਜੀ 1 ਮਹੀਨਾ ਨਹੀਂ ਸੀ। ਚਲੋ ਇਹ ਤਾਂ ਇੱਕ ਕੁੰਡੀ ਦੱਸਦੀ। ਬਾਕੀ ਕੁੰਡੀਆਂ ਜਿਹੜੀਆਂ ਜੀ ਉਹ ਇਹਨਾਂ ਨੂੰ ਮਿਲ ਕੇ ਤੁਸੀਂ ਇਹਨਾਂ ਤੋਂ ਪਤਾ ਕਰ ਸਕਦੇ ਹੋ। ਲੇਕਿਨ ਸਰਪ੍ਰਾਈਜ਼ਸ ਤੋਂ ਬਚਣ ਦਾ ਇਹਨਾਂ ਨੇ ਇੱਕ ਮੂਲ ਮੰਤਰ ਹੀ ਦੱਸਦਾ ਹੈ ਕਿ ਸਰਪ੍ਰਾਈਜ਼ ਜਿਹੜੇ ਨੇ ਜੀ ਜਾਂ ਐਂਡ ਮੌਕੇ ਤੇ ਆਉਣ ਦਾ ਇੱਕੋ ਇੱਕ ਕਾਰਨ ਹੁੰਦਾ ਹੈ ਕਿ ਕੋਈ ਇਨਫੋਰਮੇਸ਼ਨ ਤੁਹਾਡੇ ਵੱਲੋਂ ਵਿਦ ਹੈਲਡ ਕਰ ਲੈਣੀ, ਭਾਵ ਤੁਸੀਂ ਕੋਈ ਜਾਣਕਾਰੀ ਦਿੱਤੀ ਨਹੀਂ, ਕੋਈ ਐਸਾ ਕ੍ਰੈਡਿਟ ਜਾਂ ਕੋਈ ਐਸੀ ਲੋਨ ਜਾਂ ਕੋਈ ਐਸਾ ਪੈਸਾ ਜਿੱਥੋਂ ਆਉਣਾ ਸੀਗਾ ਡਾਊਨ ਪੇਮੈਂਟ ਲਈ ਉਹ ਤੁਸੀਂ ਦੱਸਿਆ ਨਹੀਂ। ਜਾਂ ਕਈ ਵਾਰੀ ਸਾਡੇ ਨਾਲ ਕੋਈ ਐਸੀ ਗੱਲ ਵੀ ਹੋ ਜਾਂਦੀ ਹੈ ਕਿ ਉਸ ਸਮੇਂ ਦੇ ਦੌਰਾਨ ਜਿਵੇਂ 2-3 ਮਹੀਨੇ ਦੀ ਜੇਕਰ ਕਲੋਜ਼ਿੰਗ ਹੁੰਦੀ ਹੈ ਤਾਂ ਕੋਈ ਫਾਈਨੈਂਸ਼ੀਅਲ ਜਿਹੜਾ ਡਿਜ਼ਾਸਟਰ ਵੀ ਕਈ ਵਾਰੀ ਜ਼ਿੰਦਗੀ 'ਚ ਆ ਸਕਦਾ ਹੈ ਕਿਤੇ ਨਾ ਕਿਤੇ, ਤਾਂ ਉਹ ਵੀ ਇੱਕ ਕਾਰਨ ਹੋ ਸਕਦਾ। ਲੇਕਿਨ ਅਪਡੇਟ ਕਰਨਾ ਜਿਹੜਾ ਹੈ ਜੀ ਔਰ ਪ੍ਰੋਫੈਸ਼ਨਲਸ ਨੂੰ, ਸਪੈਸ਼ਲੀ ਜਿਸ ਨੇ ਤੁਹਾਨੂੰ ਮੌਰਗੇਜ ਲੈ ਕੇ ਦੇਣੀ ਹੈ, ਜਿਸ ਨੇ ਬੈਂਕ ਤੋਂ ਜਾਂ ਲੈਂਡਰ ਤੋਂ ਤੁਹਾਨੂੰ ਪੈਸੇ ਜਿਹੜੇ ਲੈ ਕੇ ਦੇਣੇ ਨੇ ਉਹਨੂੰ ਅਪਡੇਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇੱਕ ਮੇਰਾ ਹੋਰ ਜਿਹੜਾ ਨਾਲ ਮਿਲਦਾ ਜੁਲਦਾ ਸਵਾਲ ਹੈ ਜੀ, ਅਕਸਰ ਇਹ ਕਿਹਾ ਜਾਂਦਾ ਕਿ ਮੌਰਗੇਜ ਦਾ ਐਡਵਰਟਾਈਜ਼ ਰੇਟ ਜਿਹੜਾ ਹੁੰਦਾ ਹੈ ਜੀ ਉਹ ਅਕਸਰ ਅਸੀਂ ਐਡਵਰਟਾਈਜ਼ਮੈਂਟ ਤਾਂ ਹੀ ਹੁੰਦੇ ਨੇ ਵੀ ਕਿਉਂਕਿ ਸੌਦਾ ਵੇਚਣਾ ਹੈ, ਚਾਹੇ ਉਹ ਬੈਂਕ ਹੈ ਚਾਹੇ ਕੁਝ ਵੀ ਹੈ, ਉਹਨਾਂ ਨੇ ਮਿਨੀਮਮ ਤੋਂ ਦੱਸਣਾ ਕਿ ਫਿਰ ਉਹਦੇ ਨਾਲ ਨਾ ਇੱਕ ਫਾਈਨ ਪ੍ਰਿੰਟ ਹੁੰਦਾ ਜਿਹੜਾ ਕਿ ਅਸੀਂ ਪੜ੍ਹਦੇ ਨਹੀਂ ਗੇ ਜੀ ਵੀ ਇਹ ਇੱਥੋਂ ਸ਼ੁਰੂ ਹੋ ਕੇ ਭਾਈ ਜਿਨ੍ਹਾਂ ਦਾ AAA ਹੈ, ਭਾਵ ਜਿਨ੍ਹਾਂ ਦਾ ਬਹੁਤ ਉੱਤਮ ਦਰਜੇ ਦਾ ਕ੍ਰੈਡਿਟ, ਉਹਨਾਂ ਲਈ ਇਹ ਆ। ਜਿਨ੍ਹਾਂ ਦਾ ਕਿਸੇ ਦਾ ਅੱਗੇ ਪਿੱਛੇ ਹੈ ਨਾ ਕ੍ਰੈਡਿਟ, ਜਿਹਨੂੰ ਆਪਾਂ ਕ੍ਰੈਡਿਟ ਹਿਸਟਰੀ ਥੋੜੀ ਜਿਹੀ ਪੁਆਇੰਟਸ ਜਿਹੜੇ ਕ੍ਰੈਡਿਟ ਸਕੋਰ ਉੱਪਰ ਥੱਲੇ, ਉਹਨਾਂ ਲਈ ਡਿਫਰੈਂਟ ਹੁੰਦਾ। ਸੋ ਇਹ ਮੈਨੂੰ ਦੱਸੋ ਕਿ ਬੈਂਕ ਦੇ ਕੋਲ ਸਿੱਧਾ ਜਾਣ ਨਾਲੋਂ
ਮਾਰਗੇਜ ਬ੍ਰੋਕਰ ਕੋਲ, ਤੁਸੀਂ ਮਾਰਗੇਜ ਬ੍ਰੋਕਰ ਜੀ ਹਾਂਜੀ। ਤੁਹਾਡੇ ਕੋਲ ਆਉਣ ਦੇ ਕੀ ਬੈਨੀਫਿਟ ਨੇ, ਤੇ ਬੈਂਕ ਕੋਲ ਜੇਕਰ ਜਾਂਦੇ ਨੇ ਇੱਕ ਬੈਂਕ ਕੋਲ, ਤਾਂ ਉਹਨਾਂ ਨੂੰ ਕੀ ਨੁਕਸਾਨ ਜਾਂ ਨਫਾ ਹੋ ਸਕਦਾ? ਦੇਖੋ ਜੀ, ਐਜ ਏ ਮਾਰਗੇਜ ਬ੍ਰੋਕਰ ਸਾਡੇ ਕੋਲ ਬਹੁਤ ਸਾਰੇ ਲੈਂਡਰਸ ਨੂੰ ਐਕਸੈਸ ਹੁੰਦੀ ਆ। ਓਕੇ, ਤੁਹਾਡੇ ਕੋਲ? ਹਾਂਜੀ, ਜਿੱਦਾਂ ਹੁਣ ਲੈਟਸ ਸੇ ਤੁਸੀਂ ਇੱਕ ਬੈਂਕ ਕੋਲ ਚਲੇ ਗਏ ਤਾਂ ਉਹ ਜਿਹੜਾ ਵੀ ਕੋਈ ਉਹਨਾਂ ਦਾ EMPLOYEE ਆ, ਉਹਨਾਂ ਨੇ ਜੋ ਬੈਂਕ ਦਾ ਪ੍ਰੋਡਕਟ ਹੈ ਤੁਹਾਨੂੰ ਉਹ ਹੀ ਦੇਣਾ ਆ। ਠੀਕ ਹੈ। ਹੋ ਸਕਦਾ ਤੁਹਾਡਾ ਉਹ 'ਚ ਜਿਹੜੀ ਤੁਹਾਡੀ ਤੁਹਾਨੂੰ ਕੈਟਾਗਰੀ ਉਹ ਸੂਟ ਕਰੇ ਜਾਂ ਨਾ ਕਰੇ। ਓਕੇ, ਠੀਕ ਹੈ ਜੀ। ਹੁਣ ਜਦੋਂ ਤੁਸੀਂ ਮੇਰੇ ਕੋਲ ਆ ਗਏ ਆ ਤਾਂ ਮੈਂ ਤੁਹਾਡੇ ਕੋਲ ਜਿਹੜੀਆਂ ਤੁਹਾਡੀਆਂ ਜੋ ਵੀ ਉਹ 'ਚ ਕੋਈ ਡੈਫੀਸ਼ੀਐਂਸੀ ਹੈ ਕੁਝ ਵੀ ਹੈਗੀ, ਉਹ ਮੈਂ ਦੇਖ ਕੇ ਤੁਹਾਨੂੰ ਦੱਸ ਦਿਆਂਗਾ ਕਿ ਤੁਸੀਂ ਜੀ ਇੱਥੇ ਕੁਆਲੀਫਾਈ ਕਰਦੇ ਹੋ। ਹਾਂ, ਸਾਡੇ ਕੋਲ ਟਾਈਮ ਹੈਗਾ ਤਾਂ ਹੋ ਸਕਦਾ ਅਗਰ ਉਹਨੂੰ ਮੈਂ ਇੰਪਰੂਵ ਕਰ ਸਕਦਾ ਹੋਇਆ ਤਾਂ ਮੈਂ ਇੰਪਰੂਵ ਵੀ ਕਰਾਵਾਂਗਾ ਉਹਦੇ ਵਿੱਚ। ਤੁਹਾਨੂੰ ਦੱਸ ਦਿਆਂਗਾ ਕਿ ਲੈਟਸ ਸੇ ਕੁਝ ਪੇਮੈਂਟਾਂ ਲੇਟ ਹੋ ਗਈ ਹੈ ਜਾਂ ਤੁਸੀਂ ਵੀ ਕ੍ਰੈਡਿਟ ਕਾਰਡ ਜ਼ਿਆਦਾ ਯੂਜ਼ ਕਰ ਲਿਆ, ਤੁਸੀਂ ਉਹਨਾਂ 'ਚ ਪੇਮੈਂਟਾਂ ਕਰ ਦਿਓ ਤਾਂ ਕਿ ਸਾਡਾ ਸਕੋਰ ਪ੍ਰੋਪਰ ਰਹਿ ਜਾਏ। ਜਿੱਥੇ ਤੱਕ ਤੁਸੀਂ ਗੱਲ ਕਰਦੇ ਮਾਰਗੇਜ ਰੇਟ ਦੀ ਗੱਲ ਕਰਦੇ ਆਫ ਕੋਰਸ ਮਾਰਗੇਜ ਰੇਟ ਜਿਹੜੇ ਨੇ ਉਹ ਵੇਰੀਏਬਲ ਵੀ ਹੈਗੇ ਨੇ, ਵੇਰੀਏਬਲ ਵੀ ਆ, ਫਿਕਸ ਵੀ ਹੈਗੇ ਨੇ, ਉੱਥੇ ਬਾਅਦ 'ਚ ਆਉਂਦੇ। ਜੇ ਆਪਾਂ ਕਹੇ ਜੀ ਤੁਸੀਂ ਰੇਟ ਕੀ ਦਿੰਦੇ ਮੈਨੂੰ ਲੈ ਕੇ, ਹਾਂਜੀ, ਇਦਾਂ ਅਕਸਰ ਤੁਹਾਨੂੰ ਪੁੱਛਦੇ ਹੋਣਗੇ ਸਵਾਲ। ਜੀ ਅੱਛਾ, ਉਹਦੇ 'ਚ ਹੁੰਦਾ ਕੀ ਆ ਕਿ ਦੇਖੋ ਆਫ ਕੋਰਸ ਬਹੁਤ ਸਾਰੀਆਂ ਕੰਪਨੀਆਂ ਉਹ ਆਪਣਿਆਂ ਨੂੰ ਐਡਵਰਟਾਈਜ਼ ਕਰਦੀਆਂ ਔਰ ਅਵੇਲੇਬਲ ਵੀ ਹੈਗੇ ਨੇ ਪ੍ਰੋਡਕਟ, ਇਹ ਨਹੀਂ ਕਹੂੰਗਾ ਮੈਂ ਨਹੀਂ ਹੈਗੇ, ਲੇਕਿਨ ਉਹ ਕਿਹਦੇ ਲਈ ਅਵੇਲੇਬਲ ਹੈ? ਪਰ ਉਹਦੇ 'ਚ ਅੰਡਰਲਾਈਂਗ ਬਹੁਤ ਸਾਰੀਆਂ ਸ਼ਰਤਾਂ ਹੁੰਦੀਆਂ, ਕੰਡੀਸ਼ਨਸ ਹੁੰਦੀਆਂ। ਹੁਣ ਜੇ ਤੁਹਾਨੂੰ ਕਹਤਾ ਜੀ ਉਹ ਤਾਂ ਜੀ ਉਹ ਕਹਿੰਦਾ ਜੀ ਲੈਟਸ ਸੇ ਕੋਈ ਐਗਜ਼ਾਮਪਲ ਜੀ 1.25 ਦਿੰਦਾ ਜੀ, ਤੁਸੀਂ ਮੈਨੂੰ ਬੈਟਰ ਲੈ ਕੇ ਦੇਵੋ। ਹੁਣ ਇਹ ਦੇਖੋ ਜਿਹੜਾ 1.25 ਤਾਂ ਕਹਿਤਾ ਉਹਨੇ, ਉਹਦੀਆਂ ਕੰਡੀਸ਼ਨ ਕੀ ਸੀ ਤੁਹਾਨੂੰ ਦੱਸਿਆ ਨਹੀਂ ਉਹਨੇ। ਤੁਸੀਂ ਤਾਂ ਇੱਕ ਚੀਜ਼ ਫੜ ਕੇ ਮੇਰੇ ਕੋਲ ਆ ਗਏ ਵੀ ਭਾਜੀ ਮੈਨੂੰ ਤਾਂ ਇਹ ਤੋਂ ਵਧੀਆ ਲੈ ਕੇ ਦੇਵੋ। ਉਹ ਉਸ ਵੇਲੇ ਪੋਸੀਬਲ ਨਹੀਂ ਹੁੰਦਾ ਉਸ ਟਾਈਮ ਤੇ। ਮੈਨੂੰ ਜਦ ਹਾਂ ਹੋ ਸਕਦਾ ਉਹਨਾਂ ਵਧੀਆ ਵੀ ਹੋ ਜਾਏ, ਪਰ ਮੈਨੂੰ ਪਤਾ ਤਾਂ ਲੱਗ ਜਾਏ ਤੁਹਾਡੇ ਅੰਡਰਲਾਈਂਗ ਕੰਡੀਸ਼ਨਸ ਕੀ ਹੈਗੀਆਂ ਜਾਂ ਤੁਹਾਡੀ ਸਟਰੈਂਥ ਕੀ ਹੈਗੀ ਹੈ, ਤੁਸੀਂ ਡਾਊਨ ਪੇਮੈਂਟ ਉੱਥੇ ਕੀ ਕਰ ਰਹੇ ਹੈਗੇ, ਤੁਹਾਡਾ ਪੈਸਾ ਕਿੱਥੇ ਪਿਆ ਹੈਗਾ, ਤੁਹਾਡੀ ਕ੍ਰੈਡਿਟ ਹਿਸਟਰੀ ਕਿੰਨੀ ਕੁ ਸਟਰੋਂਗ ਹੈ। ਸੇ ਬਹੁਤ ਸਾਰੇ ਫੈਕਟ ਹੁੰਦੇ ਨੇ ਕਿ ਜਿਹੜੇ ਉਹ ਕਈ ਵਾਰੀ ਆਮ ਪਬਲਿਕ ਨੂੰ ਨਹੀਂ ਪਤਾ ਹੁੰਦਾ। ਠੀਕ ਹੈ ਜੀ। ਮੇਰੇ ਕੋਲ ਐਡਵਾਂਟੇਜ ਕੀ ਆਉਂਦੀ ਹੈਗੀ ਕਿ ਕਿਉਂਕਿ ਮੈਂ ਤਾਂ ਆਪਣੇ ਕਲਾਇੰਟ ਵਾਸਤੇ ਕੰਮ ਕਰਨਾ ਆ ਤਾਂ ਮੈਂ ਉਹਨੂੰ ਬੈਸਟ ਸਰਵਿਸ ਦੇਣੀ ਆ ਜੀ। ਹਾਂ, ਮੇਰੇ ਕੋਲ ਲੈਂਡਰ ਮੇਰੇ ਕੋਲ ਬਹੁਤ ਸਾਰੇ ਨੇ, ਇਹ ਨਹੀਂ ਕਿ ਮੈਂ ਕਿਸੇ ਦੇ ਅਗੇਂਸਟ ਹੈ, ਲੈਂਡਰ ਦੇ ਅਗੇਂਸਟ ਹੈ, ਪਰ ਮੈਂ ਆਪਣੇ ਮੈਂ ਉਸ ਵੇਲੇ ਲੈਂਡਰ ਨੂੰ ਕਹੂੰਗਾ ਕਿ ਮੇਰੇ ਕਲਾਇੰਟ ਦੀ ਐਜ਼ ਪਰ ਯੂਅਰ ਰਿਕੁਆਇਰਮੈਂਟ ਉਹ ਕੁਆਲੀਫਾਈ ਕਰ ਰਿਹਾ, ਸੋ ਹੈਂਸ ਗਿਵ ਮੀ ਦਿਸ ਰੇਟ। ਐਗਜ਼ੈਕਟਲੀ, ਤੁਸੀਂ ਮਤਲਬ ਉੱਥੇ ਉਹਨਾਂ ਨਾਲ ਕਰ ਸਕਦੇ ਹੋ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਕਿ ਇਹ ਬੜੀ ਜ਼ਰੂਰੀ ਹੁੰਦਾ ਹੈ ਕਿ ਅਸੀਂ ਜੇਕਰ ਸਾਡਾ ਨਾ ਪੇਟ ਦੁਖੇ ਜਾਂ ਸਾਨੂੰ ਬੁਖਾਰ ਹੋ ਜਾਏ ਤਾਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਦਵਾਈ ਲੈਣ ਦੇ ਲਈ। ਉਹ ਸਾਡਾ ਫਿਜ਼ੀਕਲ ਜਿਹੜੀ ਸਾਡੀ ਹੈਗੀ ਹੈ ਬਾਡੀ ਦੀ ਨੀਡ ਹੁੰਦੀ ਹੈ। ਇਸੇ ਤਰ੍ਹਾਂ ਕੋਈ ਹੋਰ ਕੰਮ ਦੇ ਲਈ ਅਸੀਂ ਵੱਖ-ਵੱਖ ਪ੍ਰੋਫੈਸ਼ਨਲ ਕੋਲ ਜਾਂਦੇ ਹਾਂ। ਗੱਡੀ ਖਰਾਬ ਹੋ ਜਾਵੇ ਤਾਂ ਮਕੈਨਿਕ ਕੋਲ ਜਾਂਦੇ ਹਾਂ। ਤੇ ਇਸੇ ਤਰ੍ਹਾਂ ਜੇਕਰ ਸਾਡਾ ਫਾਈਨੈਂਸ਼ੀਅਲ ਜਿਹੜਾ ਹਿਸਾਬ ਕਿਤਾਬ ਵਿਗੜ ਜੇ ਨਾ ਜੀ, ਤਾਂ ਫਾਈਨੈਂਸ਼ੀਅਲ ਜਿਹੜਾ ਹੈ ਜੀ ਉਹ ਫਾਈਨਾਂਸ ਦੇ ਡਾਕਟਰ ਕੋਲ ਜਾਣ ਦੀ ਲੋੜ ਹੁੰਦੀ ਹੈ, ਜਿੱਥੋਂ ਸਾਨੂੰ ਜੇਕਰ ਕਈ ਵਾਰੀ ਸਾਨੂੰ ਇਹ ਪਤਾ ਹੀ ਨਹੀਂ ਹੁੰਦਾ ਜੇ ਕ੍ਰੈਡਿਟ ਕਾਰਡ ਤੁਹਾਡੇ ਭਰ ਗਏ ਨੇ ਤਾਂ ਕ੍ਰੈਡਿਟ ਕਾਰਡ ਭਰ ਗਏ ਦਾ ਮਤਲਬ ਮੈਕਸ ਆਊਟ ਹੋ ਗਏ, ਭਾਵ ਤੁਸੀਂ ਵੱਧ ਤੋਂ ਵੱਧ ਵਰਤ ਲਏ ਨੇ ਔਰ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਹਾਡੇ ਕੋਲ ਜਿਹੜਾ ਘਰ ਪਿਆ ਪ੍ਰਾਪਰਟੀ ਪਈ ਆ ਉਹਦੇ ਵਿੱਚ ਇਕੁਇਟੀ ਇੰਨੀ ਪਈ ਹੁੰਦੀ ਹੈ ਕਿ ਤੁਸੀਂ 20-22% ਦੇਣ ਦੀ ਬਜਾਏ, ਮੈਂ ਇੱਕ ਜਸਟ ਗੱਲ ਕਰ ਰਿਹਾ ਕਿ ਤੁਸੀਂ ਉਹ ਪੇ ਆਫ ਜਿੰਨਾ ਵੀ ਘੱਟ ਤੋਂ ਘੱਟ ਲਾਈਨ ਆਫ ਕ੍ਰੈਡਿਟ ਜਾਂ ਉਹਦੇ ਵਿੱਚੋਂ ਕਢਾਇਆ ਜਾ ਸਕਦਾ ਜਾਂ ਰੀਫਾਈਨਾਂਸ ਕਰਾਇਆ ਜਾ ਸਕਦਾ। ਬੜਾ ਕੁਝ ਬੜੇ ਪ੍ਰੋਡਕਟ ਨੇ। ਸੋ ਇਹਨਾਂ ਸਾਰੀਆਂ ਸੇਵਾਵਾਂ ਦੇ ਲਈ ਤੁਸੀਂ, ਮੈਂ ਇਹੀ ਕਹਾਂਗਾ, ਫਾਈਨਾਂਸ ਦੇ ਡਾਕਟਰ ਸਾਡੇ ਦਰਮਿਆਨ ਅੱਜ ਆਏ ਹੋਏ ਨੇ ਮਿਸਟਰ ਸਤਪਾਲ ਸਰੋਆ ਜੀ। 647 831 4722 ਇਹਨਾਂ ਦਾ ਫੋਨ ਨੰਬਰ ਹੈ। ਸੋ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਮੈਨੂੰ ਪਤਾ ਹੈ ਇੰਨੇ ਪ੍ਰੋਗਰਾਮ ਦੇ ਇਸ ਫਾਰਮੈਟ ਦੇ ਵਿੱਚ ਕਈ ਵਾਰੀ ਸਾਰੀਆਂ ਗੱਲਾਂ ਕਰਨੀਆਂ ਮੁਸ਼ਕਿਲ ਹੋ ਜਾਂਦੀਆਂ ਨੇ, ਅਸੀਂ ਮੁਮਕਿਨ ਵੀ ਨਹੀਂ ਹੁੰਦੀਆਂ ਉਹ। ਸੋ ਤੁਸੀਂ ਫੋਨ ਨੰਬਰ ਜਿਹੜੇ ਸਾਡੇ ਪ੍ਰੋਫੈਸ਼ਨਲ ਦੇ ਨੇ ਜਾਂ ਸਾਡੇ ਨਾਲ ਸੰਪਰਕ ਕਰਕੇ ਤੁਸੀਂ ਇਹਨਾਂ ਦਾ ਫੋਨ ਨੰਬਰ ਕਦੇ ਵੀ ਲੈ ਸਕਦੇ ਹੋ। ਸੋ ਹੁਣ ਆਉਂਦੇ ਹਾਂ ਜੀ ਆਪਾਂ ਬਹੁਤ ਜਿਹੜਾ ਇੰਪੋਰਟੈਂਟ ਹੈ ਸਾਡੇ ਬਹੁਤ ਸਾਰੇ ਵਪਾਰੀ ਵੀਰ ਨੇ ਜਿਹੜੇ ਕਿ ਕਾਰੋਬਾਰੀ ਨੇ ਔਰ ਉਹਨਾਂ ਦੇ ਬਿਜ਼ਨਸ ਐਸਟੈਬਲਿਸ਼ ਕੁਝ ਕਰ ਰਹੇ ਨੇ। ਕਈਆਂ ਨੇ ਲੈਣੇ ਹੁੰਦੇ ਨੇ, ਚਾਹੇ ਉਹ ਟਰੱਕਿੰਗ ਹੈ, ਚਾਹੇ ਉਹ ਕੋਈ ਸਟੋਰ ਹੈ, ਨੰਬਰ ਆਫ ਸਟੋਰਸ ਹੈ, ਰੈਸਟੋਰੈਂਟ ਹੈ ਜਾਂ ਹੋਟਲ ਹੈ, ਮੋਟਲ ਹੈ, ਈਵਨ ਫਾਰਮ ਲੈਂਡਸ ਤੱਕ ਜੇਕਰ ਤੁਸੀਂ ਲੈਣਾ ਤਾਂ ਉਹਨਾਂ ਦੇ ਲਈ ਜਿਹੜਾ ਇੱਕ ਮੈਨੂੰ ਪਤਾ ਹੈ ਜੀ ਤੁਸੀਂ ਕਰਵਾ ਕੇ ਦਿੱਤੇ ਨੇ ਮੇਰੇ ਬਹੁਤ ਸਾਰੇ ਕੰਮ ਮੇਰੇ ਕਲਾਇੰਟਸ ਦੇ ਔਰ ਬੜੇ ਖੁਸ਼ ਨੇ ਮੇਰੇ ਉਹ ਕਲਾਇੰਟ ਸਾਰੇ। ਸੋ ਉਹਨਾਂ ਦੇ ਲਈ ਤੁਸੀਂ ਦੱਸੋ ਵੀ ਕੀ ਤੁਸੀਂ ਕਰਦੇ ਹੋ ਜੀ ਉਹਨਾਂ ਦੇ ਲਈ ਅਖੀਰ ਦੇ ਵਿੱਚ ਜੀ? ਇੱਥੇ ਜੀ ਬਹੁਤ ਸਾਰੀਆਂ ਸਾਡੇ ਲੈਂਡਰ ਜਿਹੜੇ ਨੇ ਪ੍ਰੋ ਬਿਜ਼ਨਸ ਨੇ, ਬੈਂਕਾਂ, ਦੂਸਰੇ ਈਵਨ ਏ ਲੈਂਡਰ, ਬੀ ਲੈਂਡਰ, ਸੀ ਲੈਂਡਰ ਜਿਹੜੇ ਵੀ ਹੈਗੇ ਨੇ। ਅਤੇ ਮੈਂ ਕਿਉਂਕਿ ਮੇਰੀ ਬਿਜ਼ਨਸ ਭਰਾਵਾਂ ਦੇ ਨਾਲ ਬਹੁਤ ਸਾਰੀ ਐਸੋਸੀਏਸ਼ਨ ਹੈਗੀ ਆ ਔਰ ਮੈਂ ਉਹਨਾਂ ਨੂੰ ਹਮੇਸ਼ਾ ਇਹੋ ਹੀ ਗਾਈਡ ਕਰਦਾ ਕਿ ਤੁਸੀਂ ਦੇਖੋ ਆਪਣਾ ਪੈਸਾ ਸਾਰਾ ਪਾ ਕੇ ਬਿਜ਼ਨਸ ਨਹੀਂ ਕਰੋ।
ਹਾਂ ਠੀਕ ਹੈ, ਅਵੇਲੇਬਲ ਹੈਗੀ ਹੈ ਜ਼ਿਆਦਾ ਇੱਥੇ ਫੈਸਿਲਿਟੀ ਅਵੇਲੇਬਲ ਹੈਗੀ ਹੈ, ਤੁਸੀਂ ਉਸ ਫੈਸਿਲਿਟੀ ਨੂੰ ਯੂਜ਼ ਕਰੋ। ਜਿੰਨਾ ਸਾਡੀ ਮਿਨੀਮਮ ਰਿਕੁਆਇਰਮੈਂਟ ਹੈਗੀ ਆ ਅਸੀਂ ਉਨਾ ਹੀ ਪੈਸਾ ਯੂਜ਼ ਕਰੀਏ, ਤਾਂ ਕਿ ਜਿਹੜੇ ਸਾਡੇ ਕੋਲ ਐਕਸਟਰਾ ਪੈਸਾ ਹੈਗਾ ਅਸੀਂ ਕਿਸੇ ਰੇਨੀ ਡੇਜ਼ ਵਾਸਤੇ ਉਹਨੂੰ ਰੱਖ ਲਈਏ ਆਪਣੇ। ਜ਼ਰੂਰ। ਔਰ ਉਹਦੇ ਵਾਸਤੇ ਹੁੰਦਾ ਕਿ ਹਮੇਸ਼ਾ ਮੈਂ ਬਿਜ਼ਨਸ ਭਰਾਵਾਂ ਦੇ ਨਾਲ ਪੈਣਾ ਹੈਗਾ, ਉਹਨਾਂ ਨੂੰ ਗਾਈਡ ਕਰਦਾ ਹੈਗਾ ਕਿ ਓਕੇ ਤੁਹਾਡੇ ਕੋਲ ਐਸਟ ਹੈਗੇ ਨੇ, ਮੰਨ ਲਓ ਤੁਹਾਡੇ ਕੋਲ ਲਿਕੁਇਡ ਐਸਟ ਨਹੀਂ ਹੈਗੇ, ਕਿਤੇ ਤੁਹਾਡੇ ਪ੍ਰੋਪਰਟੀ 'ਚ ਪੈਸਾ ਪਿਆ ਹੈਗਾ, ਲੈਟਸ ਰੀਫਾਈਨਾਂਸ ਦੈਟ ਪ੍ਰੋਪਰਟੀ। ਜਿਵੇਂ ਹੁਣ ਆਪਾਂ ਇੱਕ ਜੀ ਐਗਜ਼ਾਮਪਲ ਉਹਨੂੰ ਅਨਲੌਕ ਕਰੀਏ, ਅਨਲੌਕ ਕਰਕੇ ਤੁਸੀਂ ਅੱਗੇ ਬਿਜ਼ਨਸ ਬਾਈ ਕਰਨਾ, ਤੁਸੀਂ ਅੱਗੇ ਪ੍ਰੋਪਰਟੀ ਬਾਈ ਕਰਨੀ ਜਾਂ ਇਕਵਿਪਮੈਂਟ ਬਾਈ ਕਰਨੇ ਆ, ਆਈ ਕੈਨ ਸਿਟ ਵਿਦ ਯੂ, ਠੀਕ ਹੈ, ਆਈ ਕੈਨ ਵਾਕ ਯੂ ਥਰੂ ਫਰੋਮ A to Z, ਬਿਲਕੁਲ, ਔਰ ਆਈ ਕੈਨ ਮੇਕ ਇਟ ਹੈਪਨ ਫਾਰ ਯੂ। ਬਹੁਤ ਅੱਛਾ। ਤੇ ਔਰ ਮੈਂ ਇਹਦੇ ਮੈਂ ਕੌਨਫੀਡੈਂਸ ਨਾਲ ਇਸ ਕਰਕੇ ਕਹਿੰਦਾ ਕਿਉਂਕਿ ਮੈਂ ਕੀਤਾ ਆ, ਕਰ ਰਹੇ ਹੋ ਔਰ ਮੈਨੂੰ ਬੜਾ ਅੱਛਾ ਵੀ ਲੱਗਦਾ ਹੈਗਾ ਜਦੋਂ help ਕਿ ਬਈ ਮੈਂ ਆਪਣੀ ਕਮਿਊਨਿਟੀ ਦੇ ਵਿੱਚ ਮੈਂ ਕੁਝ ਕਰ ਰਿਹਾ ਹੈਗਾ। ਬਹੁਤ ਅੱਛੇ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ, ਹੁਣ ਅਸੀਂ ਆਪਣੇ ਦਰਸ਼ਕਾਂ ਤੋਂ ਇਜਾਜ਼ਤ ਲਵਾਂਗੇ, ਔਰ ਇਹ ਜਿਹੜਾ ਪ੍ਰੋਗਰਾਮ ਹੈ ਅੱਜ ਇੱਥੇ ਹੀ ਸਮਾਪਤ ਕਰਨ ਦੀ ਜਿੱਥੇ ਇਜਾਜ਼ਤ ਲੈ ਰਹੇ ਹਾਂ ਉੱਥੇ ਸਾਨੂੰ ਉਮੀਦ ਹੈ ਕਿ ਤੁਸੀਂ ਅੱਜ ਸਾਡੇ ਗੈਸਟ ਸਤਪਾਲ ਸਰੋਆ ਜੀ ਜਿਹੜੇ ਕਿ ਮਾਰਗੇਜ ਬ੍ਰੋਕਰ ਹਨ, ਇਹਨਾਂ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਇਹਨਾਂ ਦੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਏਗੀ, ਔਰ ਫਾਈਨਾਂਸ ਦੇ ਨਾਲ ਸੰਬੰਧਿਤ ਮਾਰਗੇਜ, ਫਾਈਨਾਂਸਿੰਗ, ਰੀਫਾਈਨਾਂਸਿੰਗ, ਲੋਨ, ਬਿਜ਼ਨਸ ਲੋਨ, ਘਰ-ਬਾਰ, ਕਾਰੋਬਾਰ, ਜ਼ਮੀਨ ਜਾਇਦਾਦ, ਹੋਟਲ ਮੋਟਲ, ਜੋ ਕੁਝ ਵੀ ਤੁਸੀਂ ਲੈਣਾ ਚਾਹੁੰਦੇ ਹੋ ਉਹਦੀ ਚਿੰਤਾ ਕਰਨ ਦੀ, ਤੁਹਾਨੂੰ ਫਾਈਨਾਂਸ ਦੀ ਔਰ ਮਾਰਗੇਜ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜਿਵੇਂ ਕਹਿੰਦੇ ਹੋ ਨਵਜ ਦੇਖਣ ਵਾਲੇ ਫਾਈਨਾਂਸ ਦੇ ਡਾਕਟਰ ਸਾਡੇ ਦਰਮਿਆਨ ਨੇ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਔਰ ਆਉਣ ਵਾਲੇ ਦਿਨਾਂ 'ਚ ਹੋਰ ਗੱਲਬਾਤ ਹੋਏਗੀ। ਥੈਂਕ ਯੂ ਭਾਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ।